ਨਾਲ ਜੁੜ ਬੈਠੀ ਸਾਧ ਸੰਗਤ ਜੀ, ਸਾਰੇ ਦਰਸ਼ਕਾਂ ਨੂੰ ਪਿਆਰ ਭਰਾ ਜੈ ਗੁਰਦੇਵ। ਆਓ ਉਸ ਸੱਚੇ ਪਾਤਸ਼ਾਹ ਸਤਿਗੁਰੂ ਰਵਿਦਾਸ ਮਹਾਰਾਜ, ਭਗਵਾਨ ਵਾਲਮੀਕ ਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਓਟ ਆਸਰਾ ਲੈਂਦੇ ਹੋਏ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸੋ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਜਾਤ ਪਾਤ। ਇਹ ਜਾਤ ਪਾਤ ਦਾ ਕੋੜ ਸਾਡੇ ਸਮਾਜ ਨੂੰ ਕਿਉਂ ਚੰਬੜਿਆ, ਇਹ ਕਿਉਂ ਨਹੀਂ ਜਾ ਰਹੀ। ਅਸੀਂ 6000 ਮੀਲ ਆਪਣੀ ਧਰਤੀ ਤੋਂ ਆ ਗਏ ਹਾਂ, ਪਰ ਜਾਤੀ ਜਰਮ ਅਸੀਂ ਨਾਲੇ ਲੈ ਕੇ ਆਏ ਹਾਂ। ਇਹਨੂੰ ਕਿੱਦਾਂ ਦੂਰ ਕਰਨਾ, ਇਹਦੇ ਕੀ ਹੋ ਰਿਹਾ, ਇਹਦੇ ਬਾਰੇ ਅੱਜ ਅਸੀਂ ਵਿਚਾਰਾਂ ਕਰਨੀਆਂ। ਅਤੇ ਦੂਜੀ ਮੈਂ ਇੱਕ ਬੇਨਤੀ ਕਰਦੇ ਹਾਂ ਵੀ ਅਸੀਂ ਕਿਸੇ ਦੇ ਖਿਲਾਫ ਨਹੀਂ, ਕਿਸੇ ਜਾਤ ਦੇ ਜਾਂ ਹੋਰ, ਅਸੀਂ ਤਾਂ ਇਜ਼ਮ ਦੇ ਖਿਲਾਫ ਹਾਂ। ਜਿਹੜੀ ਸਾਨੂੰ ਨਫ਼ਰਤ ਕਰਦੇ, ਨਫ਼ਰਤ ਸਿਖਾਉਂਦੇ ਆ, ਆਪਣੇ ਆਪ ਨੂੰ ਉੱਚਾ ਸਮਝਦੇ ਆ, ਜਿਹਦਾ ਬ੍ਰਾਹਮਣਵਾਦ, ਜੱਟਵਾਦ, ਕੋਈ ਵੀ ਜਿਹੜਾ ਵਾਦ ਆ, ਜਿਹੜਾ ਵਿਵਾਦ ਪੈਦਾ ਕਰਦਾ ਸੀ, ਉਹਦੇ ਖਿਲਾਫ ਆ। ਸੋ ਅੱਜ ਦਾ ਪ੍ਰੋਗਰਾਮ ਆਪ ਜੀ ਦੇ ਚਰਨਾਂ ਦੇ ਵਿੱਚ ਭਰਾਓ ਜੀ ਸ਼ੁਰੂ ਕਰਦੇ ਹਾਂ। ਇਹ ਜਾਤ ਪਾਤ ਇੱਕ ਕੋੜ ਹੈ, ਕਲੰਕ ਹੈ। 5000 ਹੋ ਗਏ ਇਹਨੂੰ ਸ਼ੂਦਰਾਂ ਦੇ ਨਾਲ, ਇਹ ਜਾਤ ਦੇ ਨਾਂ 'ਤੇ ਜ਼ੁਲਮ ਹੁੰਦੇ, ਇਹਨਾਂ ਨੂੰ ਇਨਸਾਨ ਸਮਝਿਆ ਹੀ ਨਹੀਂ ਗਿਆ ਕਦੇ ਵੀ। ਗੰਦੀ ਨਾਲੀ ਦੇ ਕੀੜੇ ਤੋਂ ਵੀ ਥੱਲੇ ਇਹਨਾਂ ਨੂੰ ਰੱਖਿਆ ਗਿਆ। ਮੈਂ ਤਾਂ ਕਹਿੰਦਾ ਪੂਰੀ ਮਨੁੱਖਤਾ 'ਤੇ ਕਲੰਕ ਆ, ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਰਿਹਾ ਇਹ ਚੀਜ਼। ਐਕਚੁਅਲੀ ਇਹ ਜਿਹੜੀ ਜਾਤ ਪਾਤ ਆ, ਸ਼ੂਦਰ, ਇਹ ਹੈ ਕੀ? ਇਹ ਅਨਪੜ੍ਹਤਾ, ਗਰੀਬੀ ਅਤੇ ਅੰਧ ਵਿਸ਼ਵਾਸ, ਇਹ ਤਿੰਨਾਂ ਚੀਜ਼ਾਂ ਰਲਾ ਕੇ, ਜਿਹਦੇ ਵਿੱਚ ਦਲਿੱਦਰ, ਆਪਸੀ ਘਿਰਣਾ, ਇਹ ਸਾਰੇ ਇਹਦਾ ਪਾਰਟ ਹੈ ਇਸ ਜਾਤ ਪਾਤ ਦੇ। ਇੰਡੀਆ ਦੇ ਵਿੱਚ ਹਰ 18 ਮਿੰਟ ਦੇ ਬਾਅਦ ਦਲਿਤ ਲੋਕ ਜਿਹੜੇ ਆ, ਜਿਹਨਾਂ ਨੂੰ ਸ਼ੂਦਰ ਕਹਿੰਦੇ, ਉਹਨਾਂ ਨਾਲ ਕੋਈ ਨਾ ਕੋਈ ਘਟਨਾ ਵਾਪਰਦੀ ਆ। ਅਜੇ ਵੀ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਵਿੱਚ ਮੰਦਰਾਂ ਦੇ ਵਿੱਚ ਮੋਹਰੇ ਲਿਖ ਕੇ ਲਾਇਆ, ਸ਼ੂਦਰ ਪ੍ਰਵੇਸ਼ ਨਾ ਕਰੇ। ਮੱਧ ਪ੍ਰਦੇਸ਼ ਦੇ ਕਈ ਪਿੰਡ ਇੱਦਾਂ ਦੇ ਆ, ਮੱਧ ਪ੍ਰਦੇਸ਼ ਕੀ ਆਂਧਰਾ ਪ੍ਰਦੇਸ਼, ਇੱਧਰ ਚਲੇ ਜਾਓ ਸਾਊਥ ਨੂੰ, ਅਤੇ ਉੱਥੇ ਤਾਂ ਅਜੇ ਵੀ ਬੁਰਾ ਹਾਲ ਆ। ਜਿਹੜੇ ਠਾਕਰਾਂ ਦੇ ਘਰ ਆ, ਬ੍ਰਾਹਮਣਾਂ ਦੇ, ਉਹਨਾਂ ਦੇ ਅੱਗਿਓਂ ਜਦੋਂ ਕੋਈ ਸ਼ੂਦਰ ਲੰਘੇ ਤਾਂ ਉਹਨੂੰ ਜੁੱਤੀ ਪੈਰ ਦੀ ਲਾ ਕੇ ਕਸ਼ ਦੇ ਵਿੱਚ ਲਾ ਕੇ ਉਹਨਾਂ ਦੇ ਘਰਾਂ ਮੋਹਰੇ ਲੰਘਣਾ ਚਾਹੁੰਦਾ। ਅਤੇ ਮੈਂ ਇੱਕ ਪੇਪਰ 'ਚ ਪੜ੍ਹਦਾ ਸੀ, ਨਿਊਜ਼ ਪੇਪਰ ਦੇ ਵਿੱਚ, ਉਹ ਪਿੰਡ ਦੀ ਸਰਪੰਚ ਆ, ਕਿਉਂ ਬਾਬਾ ਸਾਹਿਬ ਨੇ ਰਿਜ਼ਰਵੇਸ਼ਨ ਦਿੱਤੀ ਨਾ, ਉਹਦੇ ਉਹ ਰਿਜ਼ਰਵ ਸ਼ੂਦਰ ਔਰਤ ਆ, ਉਹ ਵੀ ਆਪਣੀਆਂ ਜਦੋਂ ਠਾਕਰਾਂ ਦੇ ਘਰੋਂ ਮੂਹਰੋਂ ਲੰਘਦੀ ਨਾ, ਉਹ ਆਪਣੇ ਜਿਹੜੇ ਸੈਂਡਲ ਆ ਉਹ ਕੱਛਾਂ ਦੇ ਵਿੱਚ ਦੇ ਕੇ ਲੰਘਦੀ ਹੈ। ਇਹ ਦੇਖ ਲਓ ਕਿਹੜੀ ਸਦੀ ਜਾ ਰਹੀ ਆ, ਦੁਨੀਆ ਕਿੱਥੇ ਚਲ ਗਈ ਆ। ਅਸੀਂ ਅਜੇ ਉੱਥੇ ਦੇ ਉੱਥੇ ਫਸੇ ਹਾਂ। ਗੁਜਰਾਤ ਦੇ 80% ਪਿੰਡਾਂ ਦੇ ਵਿੱਚ ਜਿਹੜਾ ਮਿਡ ਡੇ ਮੀਲ ਦਿੰਦੇ ਨਾ, ਸਕੂਲਾਂ ਦੇ ਵਿੱਚ ਫ੍ਰੀ ਮੀਲ ਦਿੰਦੇ ਅੱਜ ਕੱਲ੍ਹ, ਅਤੇ ਉੱਥੇ 80% ਜਿਹੜੇ ਪਿੰਡਾਂ ਦੇ ਸਕੂਲ ਆ, ਅਜੇ ਵੀ ਉਹ ਨਿਆਣਿਆਂ ਨੂੰ ਬਰਾਬਰ, ਯਾਨੀ ਉਹਨਾਂ ਦੀ ਜੁਦੀਆਂ ਕਲਾਸਾਂ ਲਗਾਈਆਂ ਜਾਂਦੀਆਂ। ਅਤੇ ਜਿਹੜੀ NRCB ਦੀ ਰਿਪੋਰਟ ਆ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਇੰਡੀਆ ਦੀ, ਉਹ ਕਹਿੰਦੇ ਵੀ ਹਰ ਹਫ਼ਤੇ 13 ਮਰਡਰ ਹੁੰਦੇ ਆ ਸ਼ੂਦਰਾਂ ਦੇ, 13 ਕਤਲ, ਅਤੇ 5 ਇਹਨਾਂ ਦੇ ਘਰ ਹਰ ਹਫ਼ਤੇ ਜਲਾਏ ਜਾਂਦੇ ਆ, ਅਤੇ 6 ਕਿਡਨੈਪ ਹੁੰਦੇ, ਜਿਹਨਾਂ ਦਾ ਪਤਾ ਨਹੀਂ ਲੱਗਦਾ ਉਹ ਕਿੱਥੇ ਗਏ ਆ, ਅਤੇ 21 ਬਲਾਤਕਾਰ ਹੁੰਦੇ ਆ, ਰੇਪ, ਗੈਂਗ ਰੇਪ, 21 ਇੱਕ ਹਫ਼ਤੇ ਦੇ ਵਿੱਚ। ਇਹ ਗੌਰਮੈਂਟ ਦੀ ਰਿਪੋਰਟ ਆ। ਹਾਲਾਂਕਿ ਸਾਰੇ ਜਿਹੜੇ ਕ੍ਰਾਈਮ ਆ ਰਿਕਾਰਡ ਨਹੀਂ ਹੁੰਦੇ, ਬਹੁਤੇ ਆਉਂਦੇ ਨਹੀਂ ਸਾਹਮਣੇ, ਪਰ ਇਹ ਗੌਰਮੈਂਟ ਦੀ ਆਪਣੀ ਰਿਪੋਰਟ ਆ। ਅਤੇ ਬਾਕੀ ਜਿਹੜੀ 70% ਔਰਤਾਂ ਆ ਸਾਡੇ ਸ਼ੂਦਰਾਂ ਦੀਆਂ, ਉਹ ਅਨਪੜ੍ਹ ਆ। ਇਹ ਵੀ ਇੱਕ ਬਹੁਤ ਵੱਡਾ ਫੈਕਟਰ ਆ। ਸੋ ਦਰਸ਼ਕੋ, ਜਿਹੜਾ ਵੀ ਕੁਛ ਸਾਡਾ ਦਿਨ ਆ, ਆਪਣੇ ਬੱਚਿਆਂ ਨੂੰ, ਔਰਤਾਂ ਨੂੰ ਐਜੂਕੇਸ਼ਨ ਜ਼ਰੂਰ ਦਿਓ, ਬਹੁਤ ਬੜੀ ਚੀਜ਼ ਆ ਇਹ ਇੱਕ ਬੜਾ ਇੱਕ ਟੂਲ ਇਹਨਾਂ ਦੇ ਖਿਲਾਫ ਜਾਤ ਪਾਤ ਦੇ ਜਾਊਗਾ। ਅਤੇ ਫਿਰ ਸਾਡੇ ਲੀਡਰ ਵੀ ਤਾਂ ਬੈਠੇ, ਦੇਖੋ ਬਾਬਾ ਸਾਹਿਬ ਨੇ ਰਿਜ਼ਰਵੇਸ਼ਨ ਦੇ 130 MP ਆ ਸਾਡੀ 540 ਪਾਰਲੀਮੈਂਟ 'ਚ, ਜਿਹੜੇ ਸ਼ੂਦਰਾਂ ਦੇ ਵਿੱਚੋਂ ਜਾਂਦੇ ਆ, ਪਰ ਸਭ ਵਿਕ ਜਾਂਦੇ ਆ ਵੋਟਾਂ ਲੈ ਕੇ। ਅਤੇ ਇਹ ਤਾਂ ਆਪਣੇ ਵਿਰੋਧੀਆਂ ਦੇ ਤਲੇ ਚੱਟਣ ਲਈ ਮਜਬੂਰ ਆ। ਤਾਂ ਇਹਨਾਂ ਨੂੰ ਪਤਾ ਹੈ, ਸਾਰੇ ਇਹਨਾਂ ਦੇ ਸਾਹਮਣੇ ਬੇਇੱਜ਼ਤੀ ਕਰਦੇ ਆ, ਉੱਥੇ ਉੱਠ ਕੇ ਜਿਹੜੇ ਹੋਰ ਉੱਚ ਜਾਤੀ ਆਪਣੇ ਨੂੰ ਕਹਾਉਂਦੇ ਆ, ਅਤੇ ਇਹ ਚੁੱਪ ਕਰਕੇ ਮੂੰਹ ਚੱਕੀ ਬੈਠੇ ਆ। ਇਹ ਧੋਖਾ ਕਰਦੇ, ਦਗਾ ਕਰਦੇ ਆ। ਅਤੇ ਇਸੇ ਕਰਕੇ ਬਾਬਾ ਸਾਹਿਬ ਨੇ ਕਿਹਾ ਸੀ, ਮੈਨੂੰ ਜੇ ਮਾਰਿਆ ਤਾਂ ਆਪਣਿਆਂ ਨੇ ਮਾਰਿਆ। ਸੋ ਜਦੋਂ ਵੀ ਤੁਸੀਂ ਵੋਟ ਪਾਣੇ ਨਾ, ਬਿਲਕੁਲ ਸੋਚ ਸਮਝ ਕੇ ਰਹੋ। ਅਤੇ ਇਹ ਬਾਅਦ 'ਚ ਤੁਸੀਂ ਦੇਖਿਆ ਵੀ ਸਾਡੇ ਕੀ ਕਰਦੇ ਆ, ਨਾਂ ਨਹੀਂ ਲੈਣਾ। ਅਤੇ ਬਹੁਤ ਸ਼ਰਮਨਾਕ ਗੱਲ ਆ ਕਿ ਇਹ ਆਪਣੀ ਔਕਾਤ ਨੂੰ ਭੁੱਲ ਜਾਂਦੇ ਆ, ਆਪਣੀ ਜਿਹੜੇ ਭਰਾ ਭੈਣ ਉਹਨਾਂ ਦੇ ਹੁੰਦੇ ਜ਼ੁਲਮਾਂ ਨੂੰ ਭੁੱਲ ਜਾਂਦੇ ਆ। ਕੇਰਲਾ ਦੇ ਵਿੱਚ ਤ੍ਰਿਵੰਦਰਮ ਹੈ, ਉੱਥੇ ਅੱਗੇ ਹੁਣੇ ਖਤਮ ਹੋਇਆ 1907 ਦੇ ਵਿੱਚ। ਉੱਥੇ ਜੇ ਸ਼ੂਦਰ ਨੇ ਮੁੱਛਾਂ ਰੱਖਣੇ ਨੂੰ ਟੈਕਸ ਦੇਣਾ ਪੈਂਦਾ ਸੀ, ਉਹ 1907 ਦੇ ਵਿੱਚ ਖਤਮ ਕੀਤਾ ਗਿਆ। ਰਾਜਸਥਾਨ ਦੇ ਭੀਲਵਾੜਾ ਵਿੱਚ ਜਦੋਂ ਵਿਆਹ ਹੁੰਦਾ ਨਾ ਸ਼ੂਦਰਾਂ ਦੇ, ਉਹ ਕਹਿੰਦੇ ਸਾਨੂੰ ਕੋਈ ਪ੍ਰਭਾਵ, ਤੁਸੀਂ ਕਾਰ 'ਚ ਆ ਜਾਓ, ਹੋਰ ਦੂਜੇ 'ਤੇ ਆ ਜਾਓ, ਆਪਣੇ ਗੱਡੇ ਬਰਾਤ 'ਚ ਆ ਜਾਓ, ਪਰ ਸਿਹਰਾ ਲਾ ਕੇ ਘੋੜੇ 'ਤੇ ਨਹੀਂ ਤੁਸੀਂ ਆ ਸਕਦੇ ਬਰਾਤ ਜਿਹੜੇ। ਇਹ ਅਜੇ ਵੀ ਉੱਥੇ ਰਾਜਸਥਾਨ 'ਚ ਜਾ ਰਿਹਾ।
ਤੇ ਫਿਰ ਅਜੇ ਕਈ ਉੱਥੇ ਏਰੀਏ ਹੈਗੇ ਆ ਜਿੱਥੇ ਜਦੋਂ ਵਿਆਹ ਹੁੰਦਾ ਸੀ ਕੀ ਕਹਿੰਦੇ ਆ ਆਪਣੇ ਕੱਪੜੇ ਵਗੈਰਾ ਸ਼ਾਦੀਆਂ ਦੇ ਲਈ ਲੈਣੇ ਸੂਟ ਵਗੈਰਾ ਉਹ ਜਾਂ ਲੈਣ ਜਾਂਦੇ ਪਹਿਲਾਂ ਜਾਤ ਪੁੱਛਦੇ ਆ। ਜੇ ਉਹਨੇ ਕਿਹਾ ਵੀ ਸ਼ੂਦਰ ਆ ਪਰ ਉਹਨਾਂ ਦੇ ਕੱਪੜੇ ਨਾ ਪਾਣੀ ਦੇ ਟੱਬ ਦੇ ਵਿੱਚ ਪਾ ਕੇ ਪਹਿਲਾਂ ਉਹਨੂੰ ਗਿੱਲੇ ਕਰਕੇ ਯਾਨੀ ਬੇਇੱਜ਼ਤੀ ਕਰਦੇ ਆ। ਤੇ ਇਹ ਬੜੀ ਬਹੁਤ ਅਮੇਜ਼ਿੰਗ ਆ। ਤੇ ਬਾਕੀ ਦੇਖੋ ਇਹਦੇ ਪਿੱਛੇ ਕਿੱਦਾਂ ਇਹ ਚੱਲੇ ਆ। ਇਹ ਮਤਲਬ ਇਹ ਸਾਰੀ ਜਿਹੜੀ ਨਾ ਬ੍ਰਾਹਮਣੀ ਸ਼ੈਤਾਨੀ ਦਾ ਇਹ ਸਾਰਾ ਨਤੀਜਾ ਹੈਗਾ। ਬ੍ਰਾਹਮਣ ਨੇ ਦੋ ਧੜੇ ਬਣਾਤੇ ਆਪਣੀ ਬੜੀ ਚਲਾਕੀ ਦੇ ਨਾਲ ਤੇ ਵੇਦਾਂ ਦੇ ਨਾਲ ਹਵਾਲੇ ਦੇ ਕੇ, ਇੱਕ ਲੁੱਟਣ ਵਾਲਾ ਤੇ ਇੱਕ ਲੁੱਟ ਹੋਣ ਵਾਲਾ। ਤੇ ਵੇਦਾਂ ਸ਼ਾਸਤਰਾਂ ਦੇ ਵਿੱਚ ਜਿਹੜੇ ਲੁੱਟ ਹੋਣ ਵਾਲੇ ਆ ਉਹਨਾਂ ਦੇ ਮਨਾਂ 'ਚ ਬਿਠਾਤਾ ਕਿ ਇਹ ਇਸ ਕਰਕੇ ਨਹੀਂ ਵੀ ਅਸੀਂ ਤੁਹਾਨੂੰ ਲਾਇਕ ਨਹੀਂ ਕਰਦੇ, ਇਹ ਤੁਹਾਡੇ ਪਿਛਲੇ ਜਨਮਾਂ ਦਾ ਕਰਮ। ਤੇ ਇਹ ਗਰੀਬੀ ਇਹ ਵਿਚਾਰੇ ਆਪਣਾ ਇਹ ਭਾਣਾ ਮੰਨੀ ਜਾਂਦੇ, ਸਹੀ ਜਾਂਦੇ ਆ, ਕੋਈ ਬਗਾਵਤ ਨਹੀਂ ਕੀਤੀ। ਵੇਦ ਸ਼ਾਸਤਰਾਂ ਦੀ ਐਸੀ ਪੁੱਠ ਚਾੜੀ ਕਿ ਲੁੱਟ ਹੋਣ ਵਾਲਾ ਆਪਣੇ ਆਪ ਨੂੰ ਹੁੰਦੇ ਜ਼ੁਲਮਾਂ ਨੂੰ ਆਪਣਾ ਨਸੀਬ ਪਿਛਲੇ ਕਰਮਾਂ ਦਾ ਫਲ ਸਮਝਣ ਲੱਗ ਪਿਆ। ਲੁੱਟਣ ਵਾਲਾ ਜਿਹੜਾ ਉੱਪਰ ਬ੍ਰਾਹਮਣ ਬੈਠਾ ਉਹ ਆਪਣੀ ਲੁੱਟ ਨੂੰ ਆਪਣਾ ਧਰਮੀ ਹੱਕ ਸਮਝਣ ਲੱਗ ਪਿਆ। ਧਰਮ ਰਾਜ ਉਹਦੇ ਜਮਦੂਤ ਪਿਛਲੇ ਕਰਮਾਂ ਦਾ ਫਲ ਡਰ ਛਲਾਵਾ ਇੱਦਾਂ ਦਾ ਪੈਦਾ ਕੀਤਾ ਗਿਆ ਤਾਂ ਕਿ ਜਿਹੜਾ ਭਾਰਤੀ ਸਮਾਜ ਆ ਬ੍ਰਾਹਮਣ ਨੂੰ ਦਾਨ ਕਰਦਾ ਰਹੇ ਤੇ ਉਹ ਤੇ ਪਲਦਾ ਰਹੇ। ਤੇ ਇਹਦੇ ਵਿੱਚ ਆਪਣੇ ਵੇਦਾਂ ਦੇ ਵਿੱਚ ਵੀ ਲਿਖਤਾ ਗਿਆ ਤਾਂ ਕਿ ਇਹਨਾਂ ਨੂੰ ਭੁਲੇਖਾ ਨਾ ਰਹੇ। ਸਾਡੇ ਜਿਹੜੇ ਬੰਦੇ ਆ 5000 ਸਾਲ ਕਹਿੰਦੇ ਇਹ ਤਾਂ ਰੱਬ ਦਾ ਹੀ ਭਾਣਾ ਆ, ਇਹ ਸਾਡੀ ਕਿਸਮ 'ਚ ਲਿਖਿਆ ਸੀਗਾ, ਸ਼ਾਇਦ ਅਸੀਂ ਅਗਲੇ ਜਨਮ 'ਚ ਕੋਈ ਚੰਗਾ ਇੱਥੇ ਕਰਮ ਕਰ, ਸ਼ਾਇਦ ਅਗਲੇ ਜਨਮ ਜਿਹੜਾ ਕਿਸੇ ਨੇ ਅੱਜ ਤੱਕ ਦੇਖਿਆ ਨਹੀਂ, ਨਾ ਬ੍ਰਾਹਮਣਾਂ ਨੇ ਨਾ ਸ਼ੂਦਰਾਂ ਨੇ, ਕਿਸੇ ਨੇ ਨਹੀਂ ਦੇਖਿਆ। ਇਹ ਜਿਹੜੀ ਜ਼ਿੰਦਗੀ ਹੈ ਨਾ ਅਸੀਂ ਕਹਿ ਦਿੰਦੇ ਹਾਂ ਵੀ ਮੌਤ ਸੱਚ ਹੈ, ਜ਼ਿੰਦਗੀ ਝੂਠ ਨਹੀਂ। ਜ਼ਿੰਦਗੀ ਸੱਚ ਹੈ ਜਿਹੜੀ ਅਸੀਂ ਜੀ ਰਹੇ ਹਾਂ। ਅੱਜ ਤਾਈਂ ਕਿਸੇ ਨੇ ਜਾ ਕੇ ਇਹ ਨਹੀਂ ਦੱਸਿਆ ਵੀ ਉੱਥੇ ਜੀ ਸਵਰਗ ਆ, ਉੱਥੇ ਆਹ ਹੁੰਦਾ ਆਹ ਹੁੰਦਾ। ਜੋ ਅਸਲੀਅਤ ਆ, ਜੋ ਤੁਸੀਂ ਇੱਥੇ ਜੀ ਰਹੇ ਆ ਇਹੀ ਆ। ਸੋ ਜੀਂਦੇ ਜੀ ਨਾ ਮਰੋ, ਇਸ ਜ਼ਿੰਦਗੀ ਨਾਲ ਪਿਆਰ ਕਰੋ, ਇਹਦੇ ਵਿੱਚ ਸੁਧਾਰਨ ਦੀ ਕੋਸ਼ਿਸ਼। ਸਭ ਐਵੇਂ ਨਰਕ ਸਵਰਗ ਇੱਥੇ ਹੀ ਆ, ਜੋ ਤੁਸੀਂ ਕਰਦੇ ਆ ਇੱਥੇ ਭੁਗਤਣਾ ਪੈਂਦਾ। ਸੋ ਆ ਜਿਹੜਾ ਨਾ ਇਹ ਛਲਾਵੇ ਆ ਇਹਨਾਂ ਤੋਂ ਬਚਣ ਦੀ ਲੋੜ। ਤੇ ਉਹ ਸਮਾਂ ਇੱਦਾਂ ਦਾ ਸੀਗਾ ਵਿਹਲੜਾਂ ਅਤੇ ਮੰਗ ਖਾਣ ਵਾਲਿਆਂ ਨੂੰ ਉੱਚਾ ਦਰਜਾ ਦਿੱਤਾ ਗਿਆ ਬ੍ਰਾਹਮਣਾਂ ਨੂੰ, ਤੇ ਕਿਰਤੀ ਮਿਹਨਤਕਸ਼ ਜਿਹੜੇ ਸੀਗੇ ਉਹਨਾਂ ਨੂੰ ਨੀਚ ਕਰਕੇ ਭੰਡਿਆ ਗਿਆ। ਤੇ ਬਾਬੂ ਕਾਂਸ਼ੀ ਰਾਮ ਜੀ ਕਹਿੰਦੇ ਹੁੰਦੇ ਸੀ ਵੀ ਸਾਡੇ ਬਜ਼ੁਰਗਾਂ ਨੇ ਜ਼ੁਲਮ ਸਹਿ ਕੇ ਜ਼ਾਲਮਾਂ ਦਾ ਹੌਸਲਾ ਵਧਾਇਆ ਹੈ, ਅਸੀਂ ਜ਼ਾਲਮਾਂ ਨੂੰ ਬੰਦੇ ਦੇ ਪੁੱਤ ਬਣਾ ਕੇ ਸਾਹ ਲਵਾਂਗੇ। ਹੁਣ ਖੂਨ ਦੇਣ ਦਾ ਸਮਾਂ ਨਹੀਂ, ਜ਼ਾਲਮਾਂ ਦਾ ਖੂਨ ਪੀਣ ਦਾ ਸਮਾਂ ਹੈ। ਇਹ ਬਾਬੂ ਕਾਂਸ਼ੀ ਰਾਮ ਉਹਨਾਂ ਦੀ ਬੜੀ ਦੇਣ ਸੀ, ਬੜੀ ਉਹਨੇ ਸਟਰਗਲ ਕੀਤੀ ਆ। ਦੇਖੋ ਇੱਕ ਪਹਿਲਾ ਇਸ ਭਾਰਤ ਦੀ ਹਿਸਟਰੀ ਵਿੱਚ ਚਮਾਰਾਂ ਦੀ ਕੁੜੀ ਨੂੰ ਸਿੱਧਾ ਚੀਫ ਮਿਨਿਸਟਰ ਬਣਾਇਆ, ਜਿਹੜਾ ਕਿ ਯੂਪੀ ਬਿਗੈਸਟ ਸਟੇਟ ਇਨ ਇੰਡੀਆ ਆ। ਅਤੇ ਮੇਰੇ ਖਿਆਲ 3 ਵਾਰੀ ਬਣੀ ਆ। ਅਤੇ ਇਹ ਸਾਰੀ ਫਸਟ ਆਫ ਆਲ ਬਾਬਾ ਸਾਹਿਬ ਦੀ, ਅਤੇ ਉਹਦੇ ਬਾਅਦ ਬਾਬੂ ਕਾਂਸ਼ੀ ਰਾਮ ਦੀ। ਅਤੇ ਬਾਕੀ ਭਾਰਤ ਦੇ ਜਿਹੜੇ ਲੋਕ ਇਸ ਕਰਕੇ ਦਲਿਤ ਨਹੀਂ, ਕੋਈ ਗਰੀਬ ਹਨ, ਪਰ ਉਹ ਗਰੀਬ ਇਸ ਕਰਕੇ ਆ ਕਿਉਂਕਿ ਉਹ ਦਲਿਤ ਹਨ। ਇੱਕ ਦਲਿਤ ਹੋਣ ਲਈ, ਸ਼ੂਦਰ ਹੋਣ ਲਈ ਗਰੀਬ ਹੋਣਾ ਬਹੁਤ ਜ਼ਰੂਰੀ ਆ। ਇੱਕ ਉੱਚੀ ਕਾਸਟ ਦਾ ਜਾਂ ਕਹਿ ਸਕਦੇ ਹਾਂ ਕੋਈ ਜ਼ਿਮੀਂਦਾਰ ਦਾ ਜਿਹੜਾ ਕੋਈ ਬੰਦਾ ਹੈ ਜੇ ਗਰੀਬ ਆ ਨਾ, ਤਾਂ ਵੈਸੇ ਪੈਸੇ ਵੱਲੋਂ ਥੋੜ੍ਹਾ ਬਹੁਤ ਗਰੀਬ ਹੋਊਗਾ ਪਰ ਇੱਜ਼ਤ ਨਹੀਂ, ਇੱਜ਼ਤ ਉਹਦੀ ਪੂਰੀ ਆ। ਇਹ ਜਿਹੜਾ ਸ਼ੂਦਰ ਆ ਉਹ ਗਰੀਬੀ ਵੀ ਉਹਦੀ ਜਿਹੜੀ ਆ ਉਹ ਵੀ ਇੱਕ ਉਹਦੇ 'ਤੇ ਕਲੰਕ ਆ, ਅਤੇ ਨਾ ਕੋਈ ਇੱਜ਼ਤ ਆ। ਅਤੇ ਇਹ ਇਸ ਕਰਕੇ ਜਿਹੜਾ ਨਾ ਸ਼ੂਦਰਾਂ ਲਈ ਜਿਹੜੇ ਹਿੰਦੂ ਵੇਦਾਂ ਦੇ ਵਿੱਚ ਬੜਾ ਸਪਸ਼ਟ ਕੀਤਾ ਆ। ਮੈਂ ਥੋੜ੍ਹੇ ਸਿੰਪਲ ਜਿਹਾ ਤੁਹਾਨੂੰ ਦੱਸਦਾ। ਮਹਾਭਾਰਤ ਕਹਿੰਦੀ ਵੀ ਸ਼ੂਦਰ ਰਾਜਾ ਨਹੀਂ ਬਣ ਸਕਦਾ, ਇਹ ਕਿਉਂਕਿ ਨਾ ਇਹਦਾ ਕੋਈ ਦਿਮਾਗ ਆ, ਨਾ ਇਹਦੇ ਕੋਲ ਪੜ੍ਹਾਈ ਤਾਂ ਖੈਰ ਕਰਨੇ ਨਹੀਂ ਸੀ ਦਿੰਦੇ। ਅਤੇ ਗੀਤਾ ਕਹਿੰਦੀ ਆ ਸ਼ੂਦਰ ਨੂੰ ਬ੍ਰਾਹਮਣ, ਖੱਤਰੀ ਅਤੇ ਵੈਸ਼ ਦੀ ਗੁਲਾਮੀ ਕਰਨੀ ਚਾਹੀਦੀ ਹੈ। ਇਹਦੇ ਵਿੱਚ ਮੈਂ ਆਪ ਖੁਦ ਦੀ ਟਰਾਂਸਲੇਸ਼ਨ ਪੜ੍ਹੀ ਆ, ਦੂਸਰੇ ਦੇ ਉੱਤੇ ਇੰਟਰਨੈਟ 'ਤੇ ਹੈ। ਰਮਾਇਣ ਕਹਿੰਦੀ ਸ਼ੂਦਰ ਗਿਆਨ ਪ੍ਰਾਪਤ ਕਰਨਾ ਚਾਹੇ ਤਾਂ ਉਹਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ। ਵੇਦ ਕਹਿੰਦੇ ਸ਼ੂਦਰ ਪੈਰਾਂ 'ਚੋਂ ਪੈਦਾ ਹੋਇਆ। ਸ਼ੂਦਰ ਦਾ ਜਿਹੜਾ ਸਥਾਨ ਆ, ਉਹਦਾ ਰੁਤਬਾ ਆ, ਉੱਪਰਲੇ ਤਿੰਨੋਂ ਵਰਣ ਬ੍ਰਾਹਮਣ, ਖੱਤਰੀ ਅਤੇ ਵੈਸ਼, ਇਹਨਾਂ ਦੀ ਸੇਵਾ ਕਰਨਾ ਇਹਦਾ ਧਰਮ। ਮਨੂ ਸਮਰਤੀ ਨੇ ਤਾਂ ਬਹੁਤੇ ਹੀ ਇੰਨਾ ਜਿੰਨੇ ਪੁਆੜੇ ਉਹਦੇ ਪਏ ਆ। ਉਹ ਕਹਿੰਦੀ ਸ਼ੂਦਰ ਕੁੱਤੇ ਦੇ ਬਰਾਬਰ ਹੈ, ਇਹਨੂੰ ਇਨਸਾਨ ਨਾ ਸਮਝੋ। ਪੁਰਾਣ ਕਹਿੰਦੇ ਸ਼ੂਦਰ ਕੇਵਲ ਗੁਲਾਮੀ ਲਈ ਹੀ ਪੈਦਾ ਹੁੰਦੇ ਹਨ। ਫਿਰ ਰਾਮਚਰਿਤ ਮਾਨਸ ਢੋਰ ਗੰਵਾਰ ਸ਼ੂਦਰ ਔਰ ਨਾਰੀ ਜੇ ਹੈ ਸਭ ਤਾੜਨ ਕੇ ਅਧਿਕਾਰੀ। ਫਿਰ ਇਹ ਕੁੱਟ ਖਾਣ ਦੇ, ਜੁੱਤੀਆਂ ਖਾਣ ਦੇ ਲਾਇਕ ਆ। ਇਹ ਗੋਸਵਾਮੀ ਤੁਲਸੀਦਾਸ ਨੇ ਇਹ ਲਿਖੀ ਸੀ। ਅਤੇ ਜੇ ਹੁਣ ਕਹਿੰਦੇ ਜੀ ਜਿਹੜਾ ਗੀਤਾ ਆ ਇਹ ਭਾਰਤ ਦਾ ਰਾਸ਼ਟਰ ਗ੍ਰੰਥ ਹੋਣਾ ਚਾਹੀਦਾ, ਪਰ ਅਸੀਂ ਕਿੱਦਾਂ ਮੰਨੀਏ? ਸਾਡੇ ਨਾਲ ਗੀਤਾ ਦੇ ਵਿੱਚ ਵੀ ਚੈਪਟਰ 9 ਸ਼ਲੋਕਾ 32
ਉਹਦੇ ਵਿੱਚ ਲਿਖਿਆ ਆ ਵੀ ਟ੍ਰਾਂਸਲੇਸ਼ਨ ਮੈਂ ਦੱਸਦਾ, ਮੈਂ ਖੁਦ ਇਹ ਇੰਟਰਨੈਟ ਤੇ ਪੜ੍ਹਿਆ, ਸ਼ੂਦਰ ਇਸਤਰੀ ਔਰ ਵੈਸ਼ ਪਾਪ ਯੋਨੀ ਹੋਣ ਦੇ ਬਾਵਜੂਦ ਵੀ ਮੇਰੀ ਸ਼ਰਨ ਆ ਜਾਣ ਤਾਂ ਪਰਮ ਗਤੀ ਪ੍ਰਾਪਤ ਕਰ ਸਕਦੇ ਆ। ਇਹ ਭਗਵਾਨ ਕਹਿ ਰਿਹਾ, ਇੱਕ ਰੱਬ ਜਿਹੜਾ ਆਪਣੇ ਰੱਬ ਕਹਿੰਦਾ। ਦੇਖੋ ਉਹੀ ਰੱਬ ਸਾਰਿਆਂ ਨੂੰ ਬਣਾਉਂਦਾ, ਕਦੇ ਉਹ ਵੀ ਵਿਤਕਰਾ ਕਰਦਾ, ਪਰ ਉਹਦੇ ਵਿੱਚ ਇਹ ਦੂਜੇ ਦੇ ਗੀਤਾ ਦੇ ਵਿੱਚ ਲਿਖਿਆ। ਫਿਰ ਗੀਤਾ ਦੇ ਚੈਪਟਰ 18 ਸ਼ਲੋਕਾ 44 ਤੋਂ 48 ਤਾਈਂ ਉਹਦੇ ਵਿੱਚ ਇਹ ਆਉਂਦਾ, ਇਹ ਚਾਰੋਂ ਵਰਣ ਬ੍ਰਾਹਮਣ ਖੱਤਰੀ ਵੈਰ ਸ਼ੂਦਰ ਮੈਂ ਹੀ ਬਣਾਏ ਹਨ, ਇਹਨਾਂ ਦੇ ਵੱਖਰੇ ਵੱਖਰੇ ਕੰਮ ਵੀ ਮੈਂ ਹੀ ਬਣਾਏ ਹਨ। ਹਰ ਇੱਕ ਵਰਣ ਨੂੰ ਆਪਣੀ ਆਪਣੀ ਡਿਊਟੀ ਕਰਨੀ ਚਾਹੀਦੀ ਹੈ। ਸ਼ੂਦਰ ਦਾ ਕੰਮ ਹੈ ਕਿ ਉੱਪਰਲੇ ਤਿੰਨਾਂ ਵਰਣਾਂ ਦਾ ਇਹਨਾਂ ਦੇ ਕਰੇ ਹੈ ਜੀ। ਅਤੇ ਫਿਰ ਆਪਣੇ ਲੈ ਲਓ, ਕਹਿੰਦੇ ਜੀ ਆ ਜਿਹੜਾ ਕਲਯੁਗ ਆ ਜਿਹ 'ਚ ਅਸੀਂ ਜੀ ਰਹੇ ਹਾਂ, ਵੀ ਕੋਈ ਵੀ ਗੱਲ ਹੁੰਦੀ, ਇਹ ਕਲਯੁਗ ਆ, ਇਹਦੀ ਵੱਸ ਨਹੀਂ, ਯਾਨੀ ਇੰਨਾ ਭੈੜਾ ਕਿ ਆ। ਸਤਯੁਗ ਦੇ ਵਿੱਚ ਸਿਰਫ ਬ੍ਰਾਹਮਣ ਪੜ੍ਹ ਸਕਦਾ ਸੀ, ਉਹ ਰੱਬ ਨੂੰ ਸ਼ਰਾਪ ਦੇ ਸਕਦਾ, ਉਹ ਰੱਬ ਤੋਂ ਵੀ ਉੱਪਰ ਹੈ। ਜਿੱਦਾਂ ਇਹ ਕਿਹਾ ਜਾਂਦਾ ਨਾ ਵੀ ਰੱਬ ਨੂੰ ਵੀ ਸ਼ਰਾਪ ਦੇ ਸਕਦਾ, ਰੱਬ ਦੇ। ਦੁਆਪਰ ਯੁੱਗ ਜਿਹੜਾ ਆ, ਇਹ ਬ੍ਰਾਹਮਣ ਦੇ ਨਾਲ ਇਹਦੇ ਨਾਲ ਕਸ਼ਤਰੀ ਪੜ੍ਹਨ ਲੱਗ ਪਏ, ਜਾਣੀ ਕਿ ਵਰਨ ਪੜ੍ਹਨ ਲਿਖ ਪਏ, 2 ਵਰਨ ਪੜ੍ਹਨ ਲਿਖਣ ਲੱਗ ਪਏ ਦੁਆਪਰ ਯੁੱਗ ਦੇ ਵਿੱਚ। ਤ੍ਰੇਤਾ ਯੁੱਗ ਦੇ ਵਿੱਚ ਬ੍ਰਾਹਮਣ ਕਸ਼ਤਰੀ ਅਤੇ ਵੈਸ਼ ਤਿੰਨੋਂ ਵਰਨ ਪੜ੍ਹਨ ਲੱਗ ਪਏ। ਕਲਯੁੱਗ ਵਿੱਚ ਇਹਨਾਂ ਤਿੰਨਾਂ ਵਰਨਾਂ ਦੇ ਨਾਲ ਸ਼ੂਦਰ ਵੀ ਪੜ੍ਹਨ ਲੱਗ ਪਿਆ। ਇਸੇ ਕਰਕੇ ਜਦੋਂ ਸ਼ੂਦਰ ਨੂੰ ਨਹੀਂ ਕਿਹਾ ਵੀ ਇਹਨੂੰ ਵੀ ਪੜ੍ਹਾਈ ਹੋ ਗਈ, ਬੜੇ ਵੱਡੇ ਮਹਾਂਪੁਰਸ਼ ਪੈਦਾ ਹੋ ਗਏ, ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਕਬੀਰ ਜੀ, ਬਾਬਾ ਨਾਮਦੇਵ ਜੀ, ਧੰਨ ਗੁਰੂ ਨਾਨਕ ਦਾ, ਇਹਨਾਂ ਨੇ ਸਾਰਿਆਂ ਨੇ ਉੱਠ ਕੇ ਜਿਹੜਾ ਕੀਤਾ ਨਾ, ਉਹਦੇ ਵਿੱਚ ਕਹਿੰਦੇ ਤਾਂ ਕਲਯੁਗ ਹੈ, ਅਸ਼ੁਭ ਆ, ਅਧਰਮ ਆ ਅਤੇ ਪਾਪ ਦਾ ਯੁੱਗ ਕਹਿਣ ਲੱਗੇ। ਹੁਣ ਸੋਚੋ ਕਲਮ ਯੁੱਗ ਚੰਗਾ ਸੀ ਜਾਂ ਜਿਹੜੇ ਪਹਿਲੇ ਯੁੱਗ ਚੰਗੇ ਸਨ? ਇਸ ਯੁੱਗ ਦੇ ਵਿੱਚ ਵੱਡੇ ਵੱਡੇ ਯੋਧੇ ਪੈਦਾ ਹੋਏ ਆ, ਵੱਡੇ ਵੱਡੇ ਪੀਰ ਪੈਗੰਬਰ ਪੈਦਾ ਹੋਏ ਜਿਨ੍ਹਾਂ ਨੇ ਧੂੜਾਂ ਪੁੱਟਤੀਆਂ। ਸੋ ਕਲਯੁੱਗ ਤਾਂ ਸਾਰਿਆਂ ਨਾਲੋਂ ਵਧੀਆ ਹੈ। ਇੱਥੇ ਦੇਖੋ ਹੁਣ ਕਿੰਨੀਆਂ ਸਾਨੂੰ ਸਹੂਲਤਾਂ। ਹੈਲੋ ਜੀ ਜਗਦੇਵ ਜੀ। ਹੈਲੋ ਜੀ, ਨਮਸਕਾਰ ਜੀ। ਨਮਸਕਾਰ ਸ਼ਰਮਾ ਜੀ, ਕੀ ਹਾਲ ਤੁਹਾਡਾ? ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ ਜੀ। ਉਹਦੇ ਵਿੱਚ ਤੁਸੀਂ ਦੱਸਿਆ ਕਿ ਗੀਤਾ ਵਿੱਚ ਏਦਾਂ ਲਿਖਿਆ ਆ ਜੀ, ਲੇਕਿਨ ਮੈਂ ਇਸ ਗੱਲ ਨੂੰ ਐਕਸੈਪਟ ਨਹੀਂ ਕਰਦਾ, ਕਿਉਂਕਿ ਮੈंने ਗੀਤਾ ਨੂੰ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕੀਤਾ ਔਰ ਭਾਰਤ ਦੇ ਪ੍ਰਾਈਮ ਮਿਨਿਸਟਰ ਨੇ ਉਸ ਨੂੰ ਲਾਂਚ ਕੀਤਾ, ਡਾਕਟਰ ਮਨਮੋਹਨ ਸਿੰਘ ਨੇ ਜੀ। ਇਹ ਜਿਹੜੀ ਤੁਸੀਂ ਗੱਲ ਕਰ, ਗੀਤਾ ਦੇ ਵਿੱਚ ਕੋਈ ਇਸੇ ਤਰ੍ਹਾਂ ਦੀ ਗੱਲ ਨਹੀਂ ਹੈ। ਜੇ ਕਿਸੇ ਨੇ ਆਪਣੇ ਆਪ ਲਿਖੀ ਹੋਈ ਹੈ ਤਾਂ ਗਲਤ ਆ, ਕਿਉਂਕਿ ਗੀਤਾ ਵਿੱਚ ਅਰਜੁਨ ਸਵਾਲ ਕਰਦਾ ਜੀਵਨ ਬਾਰੇ ਔਰ ਕ੍ਰਿਸ਼ਨ ਉਸ ਦੇ ਸਾਰੇ ਜਵਾਬ ਦਿੰਦਾ ਕਿ ਜੀਵਨ ਕੀ ਆ ਜੀ। ਲੇਕਿਨ ਆ ਜਿਹੜੀ ਤੁਸੀਂ ਗੱਲ ਕੀਤੀ ਸ਼ੂਦਰ ਦੀ, ਇਹ ਕਿਸੇ ਕੰਮ ਵਿੱਚ ਵੀ ਨਹੀਂ ਹੈ ਆਉਂਦੀ। ਇੱਕ ਮਿੰਟ ਸ਼ਰਮਾ ਜੀ, ਕਿਤੇ ਵੀ ਮੈਂ ਹੁਣ ਵੀ ਪੜ੍ਹ ਕੇ ਆਇਆ, ਮੇਰੇ ਕੋਲ ਐਪ ਹੈਗੀ ਆ ਟ੍ਰਾਂਸਲੇਸ਼ਨ ਦੀ, ਮੇਰੀ ਸੁਣਿਆ ਜਿਹਨਾਂ ਲੋਕਾਂ ਨੇ ਲਿਖੀਆਂ ਆ। ਤੁਸੀਂ ਚੈਪਟਰ 9 ਸ਼ਲੋਕ 32 ਤੇ ਚੈਪਟਰ 18 ਸ਼ਲੋਕ 44 ਤੋਂ 48 ਛਪੀ ਹੋਈ ਹੈ ਮੇਰੀ। 2 ਤੋਂ 3 ਲੱਖ ਕਾਪੀਆਂ ਵਿਕ ਚੁੱਕੀਆਂ ਉਸ ਦੀਆਂ। ਮੈਂ ਕਿਹਦਾ ਮੰਨ ਜਾਵਾਂ? ਇਸ ਕਰਕੇ ਜਿਹੜੀ ਗਲਤ ਚੀਜ਼ ਆ ਉਸਨੂੰ ਮੈਂ ਗਲਤ ਕਹੂੰਗਾ, ਕਿਉਂਕਿ ਬਹੁਤ ਸਾਰੀਆਂ ਹੇਰਾ ਫੇਰੀਆਂ ਲੋਕਾਂ ਨੇ ਆਪਣੇ ਇੰਟਰਨੈਟ ਦੇ ਉੱਤੇ ਚਾੜੀਆਂ ਪਈਆਂ, ਉਹ ਸੱਚਾਈ ਨਹੀਂ ਹੈ। ਸ਼ਰਮਾ ਜੀ, ਇੱਕ ਮੇਰੀ ਬੇਨਤੀ ਸੁਣੋ, ਜਿਹੜੀ ਕਿਸੇ ਦੇ ਖਿਲਾਫ ਨਹੀਂ ਹੈ, ਨਾ ਹੀ ਮੈਂ ਇਸ ਗੱਲ ਦੇ ਉੱਤੇ ਹੋਣਾ, ਨਾ ਹੀ ਮੰਨੂ ਨੇ ਕਿਸੇ ਇਸ ਤਰ੍ਹਾਂ ਦੀ ਕੋਈ ਗੱਲ ਲਿਖੀ। ਇੱਕ ਮੰਨੂ ਨੇ ਜਿਹੜੀ ਸੰਸਕ੍ਰਿਤੀ ਲਿਖੀ ਹੋਈ ਆ, ਉਹ ਸੰਸਕ੍ਰਿਤ ਵਿੱਚ ਆ, ਉਹ ਉਸ ਨੂੰ ਤਾਂ ਕਿਸੇ ਨੇ ਲਾਗੂ ਨਹੀਂ ਕੀਤਾ। ਜਿਹੜੀ ਜਿਸ ਨੂੰ ਮੰਨੂ ਸਮਝਦੀ ਹੁਣ ਕਹਿੰਦੇ ਆ, ਉਹ ਹਿੰਦੀ ਵਿੱਚ ਲਿਖੀ ਹੋਈ, ਗੋਰੀਆਂ ਦੇ ਜ਼ਮਾਨੇ ਵਿੱਚ ਕੁਝ ਬ੍ਰਾਹਮਣਾਂ ਤੋਂ ਲਿਖਵਾਈ ਗਈ ਆ, ਉਹ ਗਲਤ ਵਾ, ਉਸ ਨੂੰ ਸਾਰਿਆਂ ਜਾਣਨਾ ਚਾਹੀਦਾ ਜੀ। ਓਕੇ ਜੀ ਡਾਕਟਰ ਸਾਹਿਬ, ਥੈਂਕ ਯੂ ਤੁਹਾਡਾ, ਥੈਂਕ ਯੂ ਫॉर ਕਾਲ, ਥੈਂਕ ਯੂ। ਹਾਂਜੀ, ਤੇ ਮੈਂ ਬੇਨਤੀ ਕਰ ਰਿਹਾ ਸੀ ਕਿ ਮੈਂ ਕੋਲੋਂ ਨਹੀਂ ਕੁਛ ਵੀ ਲਿਆਉਂਦਾ, ਮੈਂ ਸਟੱਡੀ ਕਰਕੇ ਆਉਣਾ ਜਦੋਂ ਵੀ ਘਰੋਂ ਆਉਂਦਾ, ਅਤੇ ਬੇਸ਼ੁਮਾਰ ਐਪਸ ਆ ਜਿੱਥੇ ਗੀਤਾ ਦਾ ਟਰਾਂਸਲੇਸ਼ਨ ਹੈ, ਗੁਰੂ ਗ੍ਰੰਥ ਸਾਹਿਬ ਦਾ ਟਰਾਂਸਲੇਸ਼ਨ, ਅਤੇ ਉਹਦੇ ਅਨੁਸਾਰ ਕਹਿ ਰਿਹਾ। ਅਤੇ ਇਹਦੇ ਵਿੱਚ ਬਾਬਾ ਸਾਹਿਬ ਨੇ, ਡਾਕਟਰ ਅੰਬੇਦਕਰ ਨੇ ਵੀ, ਤੁਹਾਨੂੰ ਪਤਾ ਵੀ ਦਸੰਬਰ 27 1925 ਨੂੰ ਮਨੂ ਸਮਰਤੀ ਸਾੜੀ ਸੀ, ਉਹ ਤਾਂ ਬੜਾ ਇੰਨਾ ਤਾਂ ਕੋਈ ਪੜ੍ਹਿਆ ਲਿਖਿਆ ਜਿਹਾ ਹੋਇਆ ਹੀ ਨਹੀਂ ਦੁਨੀਆ ਦੇ ਵਿੱਚ। ਅਤੇ ਮੈਂ ਗਲਤ ਹੋ ਸਕਦਾ, ਜਾਂ ਜਿਹੜੀਆਂ ਐਪ ਜਿਹਨਾਂ ਨੇ ਬਣਾਈਆਂ ਟਰਾਂਸਲੇਸ਼ਨ ਉਹ ਗਲਤ ਹੋ ਸਕਦੇ ਆ, ਪਰ ਬਾਬਾ ਸਾਹਿਬ ਕਦੇ ਗਲਤ ਨਹੀਂ ਹੋ ਸਕਦੇ। ਸੋ ਮੈਂ ਅੱਗੇ ਬੇਨਤੀ ਕਰ ਰਿਹਾ ਸੀ, ਅਤੇ ਅਸੀਂ ਆਪਾਂ ਕਿਸੇ ਨਾਲ ਬਹਿਸ ਨਹੀਂ ਕਰਨੀ ਦਰਸ਼ਕੋ, ਸਿਰਫ ਨੌਲੇਜ ਕਰਨਾ ਆ। ਅਤੇ ਜੋ ਵੀ ਮੈਂ ਪੜ੍ਹਿਆ ਜਾਂ ਜਿਹੜਾ ਵਿੱਚ ਹੈਗਾ ਤੱਥ, ਜੇ ਕਿਸੇ ਨੂੰ ਹੋਵੇ ਤਾਂ ਮੈਂ ਉਹ ਐਪ ਕਿੰਨੀਆਂ ਹੀ ਹੈਗੀਆਂ, ਮੈਂ ਸਾਰੀਆਂ 2-3 ਨੂੰ ਕੰਪੇਅਰ ਕੀਤਾ ਅਤੇ ਉਹਦੇ ਵਿੱਚ ਇਹ ਕੀਤਾ ਗਿਆ। ਅਤੇ ਫਿਰ ਇਹ ਜਿਹੜੀ ਸਾਰੀ ਜੜ੍ਹ ਆ ਨਾ ਇਹਨਾਂ ਦੀ, ਇਹ ਹੈਗੀ ਮਨੂ ਸਮਰਤੀ। ਮਨੂ ਸਮਰਤੀ ਜਿਹੜੀ ਆ, ਇਹਦੇ ਵਿੱਚ ਭਾਗ ਅਤੇ ਭਗਵਾਨ ਦੇ ਹਥਿਆਰਾਂ ਨਾਲ ਸ਼ੂਦਰ ਨੂੰ ਮਾਰਿਆ ਕੁੱਟਿਆ ਗਿਆ। ਅਤੇ ਮਨੂਵਾਦੀ ਵਿਚਾਰਧਾਰਾ ਨੇ ਸ਼ੈਤਾਨਾਂ ਦੇ ਇੱਕ ਨੂਰ ਤੋਪ ਜੀ ਸ੍ਰਿਸ਼ਟੀ ਨੂੰ ਵੱਖ-ਵੱਖ ਜਾਤਾਂ ਵਿੱਚ ਵੰਡ ਕੇ ਮਾਨਵਤਾ ਨੂੰ ਕਲੰਕ ਕੀਤਾ। ਭਾਰਤ ਵਿੱਚ
गैर बराबरी का नाम ब्राह्मणवाद है। एक होर है भी 1818 ईस्वी तक जे ब्राह्मण कोई भी जुल्म करे, कोई भी किसी को कतल भी कर दे, उन्होंने मौत की सज़ा नहीं सी। ये अंग्रेज़ों ने आके 1818 के बाद बिल्कुल नॉर्मल लिया सीगा। ते अछूत होने करके राष्ट्रपति ज्ञानी जैल सिंह नूं केरला के गुरु विजूर मंदिर में दाखिल नहीं होने दिता गया। भारत के पहले राष्ट्रपति राजेंद्र प्रसाद नूं गद्दी तो बैठण तो पहला उन्हें ब्राह्मणों को बिठाया उस गद्दी ते उन्होंने पैर धोते। ते गुजरात दे विच एक होर घटना हुई सी, उहदे विच एक औरत ने उहदा ऑपरेशन होना सी ते डॉक्टर शूदर सीगा। वो औरत कहती भी मैं ऑपरेशन शूदर तो नहीं कराना, मर जाना पसंद करती, वाकई मर गई, उन्हें ऑपरेशन नहीं कराया। तो फिर मनु ये जी है ये बारे मनु समृति बारे कबीर साहब ने कहा, वेद की पुत्री सिमरत भाई संकल जेवरी लै आई। संकल कहते संगल। सो जी ये सिमरती है ना, ये इदां दे संगल ले आई जिहदे मनुखता नूं जगड़िया गया, इन्हां दे नाल वितकरा होया। सो मनु समृति के श्लोका 95 तो 101 ताईं ਉਹਦੇ ਵਿੱਚ ਲਿਖਿਆ ਆ, ਬ੍ਰਾਹਮਣ ਦੇ ਮੂੰਹ ਰਾਹੀਂ ਸਾਰੇ ਦੇਵਤੇ ਲੋਕ ਅਤੇ ਸਾਰੇ ਪਿਤਰ ਭੋਜਨ ਖਾਂਦੇ ਹਨ। ਸੋ ਬ੍ਰਾਹਮਣਾਂ ਨੂੰ ਦਾਨ ਦਿਓ, ਸਰਾਧ ਕਰਾਓ। ਇਸ ਧਰਤੀ ਤੇ ਜੋ ਵੀ ਹੈ ਉਹ ਸਭ ਬ੍ਰਾਹਮਣ ਦਾ ਹੈ ਅਤੇ ਉਹ ਪ੍ਰਿਥਵੀ ਦੇ ਸਾਰੇ ਧਨ ਅਤੇ ਪਦਾਰਥਾਂ ਦਾ ਮਾਲਕ ਹੈ। ਇਹ ਮਨੂ ਸਮਰਤੀ ਦੇ ਵਿੱਚ ਸ਼ਲੋਕਾ 95 ਤੋਂ 101 ਤਾਈਂ ਆ। ਫਿਰ ਅੱਗੇ ਚੈਪਟਰ 4 ਮਨੂ ਸਮਰਤੀ ਦਾ ਸ਼ਲੋਕਾ 48 ਉਹਦੇ 'ਚ ਲਿਖਿਆ, ਬ੍ਰਾਹਮਣ ਬਹੁਤ ਪਵਿੱਤਰ ਹੈ, ਇਹਨੂੰ ਦੇਖਦੇ ਹੋਏ ਪਿਸ਼ਾਬ ਵੀ ਨਹੀਂ ਕਰਨਾ ਚਾਹੀਦਾ। फिर वो अगे लिखा हुआ, शूदर का अन्न खाण वाला ब्राह्मण जे किते भुलेखे ना खा लावे शूदर का, तो वह 7 जन्मां तक कुत्ता या सूर बनेगा अगली जड़ी जाने। फिर वो क्या, शूदर नीचां की जायदाद, इन्हां दी जायदाद की है वह भी निश्चित की गई है। ये मनु समृति च कुत्ते गधे अते सूर इन्हां दी जायदाद होवेगी। ये पिंड तो बाहर रहणगे, ये मुर्दियां दे कपड़े पहनणगे, लोहे दे टुੱਟੇ बर्तनां विच खाणगे। तो नीची फिर अगे ये भी मैंशन किया है, नीची जात और औरतां कीड़े समान हैं, शूदरां का अपमान करने की कोई सज़ा नहीं है। फिर जी एक होर बड़ी भयानक है भी जी ना किसी जो मौत दंड मिलती सी किसी घर, वो हत्या शूदर तो कराई जाती सी। तो वो जोड़े कपड़े लहू ना भिजे या वह कोई होर पैसा धेला सी, वो शूदर की जायदाद समझा जाता सी। ये मनु समृति की देन है जी। ये तो असल जो वरण आ, वरण का मतलब रंग आ। सो ब्राह्मण ने 4 दरवाजे खोले, ब्राह्मण क्षत्री वैश्य ते शूदर। सो जे तुसी ना ब्राह्मण बनना चाहता कोई या क्षत्री या वैश्य, उन्होंने उसके घर दे विच जन्म लेना पैंदा, तां ओह उपरले 3 वर्णां दे विच प्रवेश कर सकदा, अदरवाइज नो चांस, सारे दरवाजे बंद। तो पर शूदर लई एक दरवाजा उन्हें खुला रखा, जे किने हिंदू बनना वो शूदर वर्ण च आ सकदा, कोई भी मुसलमान आ, पारसी आ, क्रिश्चियन कोई भी आ सकता। कि आण की उत्थे कीड़े मकौड़े वाली जिंदगी आ, सारी उम्र जुत्तियां खाणियां, गंद चुकना, गंद सुनना। सो ये एक कोई दरवाजा ही रखा सी जिथे सारे आ सकते हैं। इनू लॉ बुक ऑफ हिंदूइज्म भी कहते हैं, जी मनु समृति आ, मानव धर्म शास्त्र ग्रंथ इनू इहदा नाम है। तो ये 200 CE दी कॉमन एरा दे विच ये शुरू हुई आ। ये सारी जी ब्राह्मण की उच्चता नूं समर्पित की गई है। तो ये अनुसार है भी जो ब्रह्मा है ना, गॉड ब्रह्मा, इन्हें धरती ते पहले इंसान मनु नूं सिमरती आप दी रब ने। तो मनु ने अगे धरती के पहले टीचर सी भृगु, ऋषि भृगु उन्होंने सौंपी। तो भृगु ने अगे होर जिहड़ियां ऋषियां नूं दिता गया। ये 2500 श्लोक आ मनु सिमरती के, जिहदे विच 1000 श्लोक आ जिहड़े आ सिर्फ ब्राह्मणां लई आ, 1000 राजे तो होर जिहड़े बड़े लोग पुरोहित वगैरह, 8 श्लोक जिहड़े वैश्य लई आ ते 2 श्लोक शूदरां लई आ। तो मनु समृति ने फिर होर बड़ा मैंशन किया, हर एक चीज़ दे उन्हें पहलू ते रखा गया। तो जिहड़ी ना चैप्टर 2 श्लोका 31 ਉਹਦੇ ਵਿੱਚ ਇਹ ਲਿਖਿਆ ਵੀ ਨਾਂ ਕਿੱਦਾਂ ਰੱਖੇ ਜਾਣ ਜਿਹੜੇ ਇਹ ਵਰਣ ਬਣਾਏ ਆ ਜਾਤਾਂ। ਇਹ ਫਿਰ ਉਹਦੇ ਵਿੱਚ ਕਹਿੰਦੇ ਵੀ ਜਿਹੜਾ ਬ੍ਰਾਹਮਣ ਦਾ ਨਾਮ ਮੰਗਲਕਾਰੀ ਹੋਵੇ, ਜਾਣੀ ਸ਼ੁਭ ਹੋਵੇ, ਆਸ਼ੀਰਵਾਦ ਵਾਲਾ, ਜਿਹਦਾ ਸ਼ਰਧਾ ਆਨੰਦ, ਪੂਜਿਆ ਭਗਵਾਨ ਦਾਸ, ਆਸ਼ੀਰਵਾਦ ਪੂਜਿਆ ਹਰੀ ਨਾਰਾਇਣ, ਇੱਦਾਂ ਦੇ ਨਾਂ ਜਿਹੜੇ ਬ੍ਰਾਹਮਣ ਦੇ ਹੋਣੇ ਚਾਹੀਦੇ ਆ। ਫਿਰ ਕਸ਼ਤਰੀ ਦਾ ਨਾਂ ਬਲਸ਼ਾਹੀ ਹੋਵੇ, ਜਾਣੀ ਯੋਧੇ ਵਾਲਾ, ਜਿਹਦਾ ਜੰਗ ਬਹਾਦਰ ਸਿੰਘ,
ਸ਼ਿਵਾਪਤੀ, ਭੋਜਰਾਜ ਸਿੰਘ, ਇੱਦਾਂ ਦੇ ਨਾਂ ਹੋਣੇ ਚਾਹੀਦੇ ਕਛਤਰੀ ਦੇ। ਵੈਸ਼ ਦਾ ਜਿਹੜਾ ਨਾਂ ਹੈ ਉਹ ਧਨਸ਼ਾਲੀ ਹੋਵੇ, ਉਹਦੇ ਵਿੱਚ ਮਾਇਆ ਦਾ ਥੋੜ੍ਹੇ ਹੋਏ। ਕਰੋੜੀ ਮੱਲ, ਦੌਲਤੀ ਮੱਲ, ਲੱਖਪਤੀ, ਇੱਦਾਂ ਦੇ ਵੈਸ਼ ਦੇ ਨਾਂ ਹੋਣੇ ਚਾਹੀਦੇ। ਅਤੇ ਸ਼ੂਦਰ ਦਾ ਜਿਹੜਾ ਨਾਂ ਆ ਉਹ ਘਿਰਣਾ ਵਾਲਾ ਅਤੇ ਨਿੰਦਣਯੋਗ ਹੋਵੇ। ਇਹ ਦੇਖੋ ਇਹਨਾਂ ਲਈ ਵੀ ਲਿਖਿਆ ਪਛਾਣ ਦੇ ਲਈ, ਜਿੱਦਾਂ ਇਹ ਲਿਖਣ ਆਪਣੇ ਨਾਂ ਢੇਰੂ, ਚੂੜਾ, ਭੂੰਡਾ, ਰੁਲਦਾ, ਕਾਢਾ। ਮਤਲਬ ਜਦੋਂ ਵੀ ਨਾ ਇਹ ਮਤਲਬ ਸੀ ਵੀ ਜਦੋਂ ਵੀ ਕੋਈ ਸ਼ੂਦਰ ਆਵੇ ਉਹ ਪਹਿਲੇ ਪਤਾ ਲੱਗ ਜਾਵੇ ਉਹਦੀ ਸ਼ਕਲ ਤੋਂ, ਉਹਦੇ ਕੱਪੜਿਆਂ ਤੋਂ, ਉਹਦੇ ਨਾਂ ਤੋਂ ਵੀ ਇਹ ਸ਼ੂਦਰ। ਅਤੇ ਮੈਨੂੰ ਯਾਦ ਆ ਜਦੋਂ ਮੈਂ ਅਜੇ 15-16 ਸਾਲ ਦਾ ਸੀ, ਮੈਂ ਆਪਣੀਆਂ 2 ਭਤੀਜੀਆਂ ਨੂੰ ਸਕੂਲੇ ਆਪਣੇ ਪਿੰਡ ਦੇ ਨਾਂ ਲਿਖਾਉਣ ਗਿਆ। ਉਹਨਾਂ ਦਾ ਨਾਂ ਸੀ ਕਮਲਾ ਦੇਵੀ, ਵਿਮਲਾ ਦੇਵੀ, ਮੈਨੂੰ ਯਾਦ ਆ। ਅਤੇ ਸਾਡੇ ਪਿੰਡੋਂ ਬ੍ਰਾਹਮਣ ਟੀਚਰ ਬੜਾ ਚੰਗਾ ਸੀ ਬਹੁਤ। ਅਤੇ ਜਦੋਂ ਮੈਂ ਨਾਂ ਦੱਸੇ ਕਹਿੰਦਾ ਕੀ ਆ ਦਿਮਾਗ ਖਰਾਬ ਹੋਇਆ, ਤੁਸੀਂ ਕੋਈ ਹੋਰ ਕੋਈ ਹੈ ਨਹੀਂ ਤੁਹਾਡੇ ਕੋਲ ਆਪਣੇ ਜਿਹੜੇ ਨਾਂ ਆਪਣੇ? ਅਤੇ ਮੈਨੂੰ ਯਾਦ ਆ। ਫਿਰ ਮੈਂ ਕਿਹਾ ਮੈਂ ਤਾਂ ਜੀ ਪੁੱਛ ਕੇ ਫਿਰ ਆਉਣਾ। ਮੈਂ ਘਰ ਗਿਆ ਅਤੇ ਉਹ ਕਹਿੰਦੇ ਉਹਨੂੰ ਕਹਿ ਵੀ ਅਸੀਂ ਤਾਂ ਇਹੀ ਰੱਖਣੇ ਆ, ਜੇ ਨਹੀਂ ਰੱਖਣੇ ਤਾਂ ਅਸੀਂ ਨਿਆਣੇ ਨਹੀਂ ਭੇਜਣੇ। ਕੋਈ ਜਦ ਲਾਅ ਸੀਗਾ ਵੀ ਇੰਡੀਆ 'ਚ ਐਜੂਕੇਸ਼ਨ, ਅਤੇ ਉਹਨੂੰ ਫਿਰ ਲਿਖਣੇ ਪਏ। ਸੋ ਇਹ ਕਰਕੇ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਉਹਨੇ ਕਿਹਾ ਵੀ ਤੁਹਾਡੀ ਜਿਹੜੀ ਲੁੱਟ ਖਸੁੱਟ ਦਾ ਕਾਰਨ ਹੈ ਬ੍ਰਾਹਮਣੀ ਵੇਦ ਆ, ਅਤੇ ਇਹੀ ਤੁਹਾਨੂੰ ਇਹਨਾਂ ਨੂੰ ਹਿੰਦੂਆਂ ਨੂੰ ਸਾਡੇ ਨਾਲ ਨਫ਼ਰਤ ਕਰਨੀ ਸਿਖਾਉਂਦੇ ਆ। ਉਹਨਾਂ ਨੇ ਇਹ ਵੀ ਕਿਹਾ ਜਿੰਨੇ ਨਾ ਤੁਸੀਂ ਆਪਣੇ ਘਰ ਦੀਆਂ ਕੱਚੀਆਂ ਕੰਧਾਂ 'ਤੇ ਲਾਇਓ ਆ ਦੇਵੀ ਦੇਵਤੇ, ਇਹਨਾਂ ਦੇ ਪੀਰ ਪੈਗੰਬਰ ਵਗੈਰਾ, ਇਹਨਾਂ ਨੂੰ ਲਾ ਕੇ ਸਿੱਟ ਦਿਓ। ਇਹ ਨਹੀਂ ਤੁਹਾਡਾ ਕੁਛ ਨਹੀਂ ਅੱਜ ਤੱਕ ਸਵਾਰਿਆ ਨਹੀਂ ਤੁਹਾਨੂੰ। ਕਿੰਨੇ ਹਜ਼ਾਰਾਂ ਸਾਲ ਹੋ ਗਏ ਇਹਨਾਂ ਮੋਹਰੇ ਧੂਫ ਜਗਾਉਂਦਿਆਂ ਨੂੰ, ਦੀਵੇ ਜਗਾਉਂਦੇ, ਇਹਨਾਂ ਤੁਹਾਡਾ ਕੁਛ ਨਹੀਂ ਬਣਾਇਆ। ਪੜ੍ਹਾਈ ਕਰੋ, ਇਹਦੇ ਵਿੱਚ ਹੀ ਆ ਤੁਹਾਡਾ। ਅਤੇ ਇਹ ਬਾਬਾ ਸਾਹਿਬ ਦੀ ਸਾਡੇ ਲਈ ਬੜੀ ਹੀ ਦੇਣ ਹੈ। ਅਤੇ ਇੱਦਾਂ ਫਿਰ ਦੇਖੋ ਵੀ ਜਾਤ ਪਾਤ ਦੇ ਕਈ ਰੂਪ ਆ। ਇਹ ਇੱਕ ਤਰ੍ਹਾਂ ਦੀ, ਇਹ ਕਈ ਤਰ੍ਹਾਂ ਨਾਲ ਵਿਚਰਦੀ ਆ। ਆਮ ਅਸੀਂ ਕਹਿ ਦਿੰਦੇ ਜੀ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ, ਜੋ ਜਾਤ 'ਚ ਯਕੀਨ ਰੱਖਦਾ ਉਹ ਸਿੱਖ ਨਹੀਂ। ਅਸੀਂ ਨਿਸ਼ਾਨ ਸਾਹਿਬ ਤਾਂ ਬੜੇ ਉੱਚੇ ਉੱਚੇ ਲਾਈ ਜਾਂਦੇ ਹਾਂ, 200-200 ਫੁੱਟ, 250-250 ਫੁੱਟ, ਪਰ ਜਿਹੜੀ ਸਿੱਖੀ ਸੋਚ ਆ ਉਹਨੂੰ ਅਸੀਂ ਜ਼ਮੀਨ 'ਚ ਦੱਬੀ ਜਾਂਦੇ ਹਾਂ। ਗੁਰਦੁਆਰੇ ਵੱਖਰੇ ਆ ਸਾਡੇ ਜਾਤਾਂ ਦੇ ਬਣਿਓ। ਬਾਣੀ ਜੀ ਭਗਤ ਬਾਣੀ, ਗੁਰੂ ਬਾਣੀ, ਭੱਟ ਬਾਣੀ, ਬਾਣੀ ਇੱਕੋ ਹੀ ਆ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਨੂੰ ਬੜਾ ਕਿਹਾ ਉਹਨੇ, ਇੱਕ ਨਹੀਂ ਕਹਿ ਰਹੀ ਵੀ ਭੱਟ ਬਾਣੀ ਫਲਾਨੀ ਬਾਣੀ, ਉਹਨੇ ਸਾਰੀ ਸਮੂਹ ਬਾਣੀ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਸਾਰੀ ਇੱਕੋ ਹੈ। ਇਹਦੇ ਵਿੱਚ ਬਿਰਾਜਮਾਨ ਸਾਰੇ ਹੀ, ਕਿਉਂ ਗੁਰੂ ਬਾਣੀ ਉਹਨੂੰ ਕਹਿੰਦੇ ਜਿਹੜੇ ਗੁਰੂ ਦੇ ਮੁਖ 'ਚੋਂ ਨਿਕਲੀ ਆ। ਅਤੇ ਇਹ ਸਾਰੇ ਗੁਰੂ ਆ। ਅਤੇ ਇਹਨਾਂ ਨੂੰ ਜਦੋਂ ਅਸੀਂ ਨਮਸਕਾਰ ਕਰਦੇ ਹਾਂ, ਇਹ 36 ਮਹਾਂਪੁਰਸ਼ ਇੱਕੋ ਕਤਾਰ ਦੇ ਵਿੱਚ ਬੈਠੇ ਆ। ਸੋ ਇਹ ਵੀ ਜਿਹੜੀ ਹੈ ਨਾ ਇਸ ਤਰ੍ਹਾਂ ਦਾ ਇੱਕ ਜਾਤ ਪਾਤ ਦਾ ਇੱਕ ਰੂਹ। ਹੈਲੋ ਜੀ ਜੈਗਦੇਵ ਜੀ। ਜੈਗਦੇਵ ਸੋਨੀ ਜੈਗਦੇਵ ਬਲਵੀਰ ਕਲੇਰ ਬੋਲਣਾ। ਹਾਂਜੀ, ਬਾਕੀ ਤੁਹਾਡਾ ਪ੍ਰੋਗਰਾਮ ਠੀਕ ਆ। ਜਿੱਦਾਂ ਸ਼ਰਮਾ ਜੀ ਬੜੇ ਪੜ੍ਹੇ ਲਿਖੇ ਬੰਦੇ ਆ, ਉਹਨਾਂ ਨੇ ਜੋ ਵੀ ਗੱਲ ਕਹੀ ਸਹੀ ਆ ਜੀ। ਵੀ ਕਈ ਬੰਦੇ ਜਿੰਨੀਆਂ ਵੀ ਆਪਣੀਆਂ ਕੋਈ ਵੀ ਇਤਿਹਾਸ ਲਿਖਿਆ ਕਿੰਨੇ ਨੇ ਗਲਤ ਲਿਖਿਆ ਆ ਨਾ। ਹਾਂਜੀ। ਤਾਂ ਮੈਂ ਤਾਂ ਕਹਿੰਦਾ ਵੀ ਜਿਹੜੀ ਜ਼ਰੂਰੀ ਹੈ ਗਲਤ ਇਤਿਹਾਸ ਲਿਖਿਆ ਉਹਨਾਂ ਨੂੰ ਸਹੀ ਕਰਾਉਣਾ ਚਾਹੀਦਾ, ਤਾਂ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਸਹੀ ਜਾ ਸਕੇ ਤੋਂ ਜੀ। ਕਿਉਂਕਿ ਜਿੱਦਾਂ ਉਹਨਾਂ ਦੱਸਿਆ ਵੀ ਉਹ ਸੰਸਕ੍ਰਿਤ 'ਚ ਲਿਖ ਹੋਈ ਆ, ਕਈਆਂ ਨੇ ਹਿੰਦੀ 'ਚ ਲਿਖੀ ਆ ਕਿ ਨਹੀਂ। ਪ੍ਰਧਾਨ ਜੀ ਥੋੜਾ ਉੱਚਾ ਬੋਲੋ, ਕੁਝ ਸੁਣਦਾ ਨਹੀਂ ਤੁਹਾਡਾ। ਮੈਂ ਕਿਹਾ ਕਿ ਕਈਆਂ ਨੇ ਜਿੱਦਾਂ ਉਹਨਾਂ ਨੇ ਦੱਸਿਆ ਵੀ ਸੰਸਕ੍ਰਿਤ ਦੇ ਵਿੱਚ ਜਿਹੜੀ ਮਨੁ ਸਮ੍ਰਿਤੀ ਲਿਖ ਹੋਈ ਆ, ਹਿੰਦੀ 'ਚ ਲਿਖ ਹੋਈ ਆ, ਕਈਆਂ ਨੇ ਗਲਤ ਲਿਖੀ ਆ, ਲਾਗੂ ਨਹੀਂ ਕੀਤੀ ਜੀ। ਵੀ ਇਹਨਾਂ ਨੂੰ ਚਾਹੀਦਾ ਕਿ ਜਿਹੜੀ ਸਹੀ ਇਤਿਹਾਸ ਉਹ ਬਾਹਰ ਕੱਢ ਕੇ ਲਿਆਉਣ ਹਨਾ ਜੀ। ਜਿਹੜਾ ਗਲਤ ਹੈ ਉਹ ਡਿਲੀਟ ਕਰਾਉਣਾ ਚਾਹੀਦਾ, ਲੋਕਾਂ ਨੂੰ ਕਹਿ ਕੇ ਇਹਨਾਂ ਨੂੰ ਇਕੱਠੇ ਹੋ ਕੇ। ਹਾਂਜੀ। ਤੇ ਬਾਕੀ ਜਿਹੜੀ ਤੁਸੀਂ ਅੱਜ ਗੱਲ ਕਰਦੇ ਹੈਗੇ ਆ, ਜਿਹੜੇ ਬ੍ਰਾਹਮਣ ਲੋਕ ਨੇ ਮਾਰੇ, ਜਿਹੜਾ ਬ੍ਰਾਹਮਣਵਾਦ ਆ ਇਹ ਮਾੜਾ ਆ। ਹਾਂਜੀ, ਅਸੀਂ ਬ੍ਰਾਹਮਣਵਾਦ ਦੇ ਖਿਲਾਫ ਹਾਂ। ਹਾਂਜੀ, ਉਹ ਉਹਨਾਂ ਚੀਜ਼ਾਂ ਦੇ ਅਸੀਂ ਖਿਲਾਫ ਆ। ਤੇ ਬਾਬਾ ਸਾਹਿਬ ਨੇ ਵੀ ਇਹੀ ਗੱਲ ਕਹੀ ਵੀ ਜਿਹੜਾ ਲੋਕਾਂ ਦੇ ਵਿੱਚ ਹੈਬਿਟਾਂ ਪਈਆਂ ਇਹੀ ਮਾੜੀਆਂ ਹੈਗੀਆਂ ਆ, ਕਿਉਂਕਿ ਮਾੜਾ ਤਾਂ ਕੋਈ ਵੀ ਨਹੀਂ ਹੁੰਦਾ। ਹਾਂਜੀ। ਜਿਹੜੇ ਉਹਦੇ ਆਦੀ ਹੋ ਜਾਂਦੇ ਆ, ਜਿਹੜੇ ਉਹ ਸਾਡੇ ਲਾਗੂ ਜਿਹੜਾ ਜ਼ਬਰਦਸਤੀ ਕਰਦੇ ਉਹ ਮਾੜਾ ਹੈਗਾ ਹੈ ਜੀ। ਬਾਕੀ ਤੁਹਾਡਾ ਪ੍ਰੋਗਰਾਮ ਠੀਕ ਆ, ਤੁਸੀਂ ਕਿਸੇ ਤੱਥਾਂ ਦੇ ਕਰਦੇ ਆ ਪ੍ਰੋਗਰਾਮ। ਮੈਂ ਤਾਂ ਪ੍ਰਧਾਨ ਜੀ ਜਿਹੜਾ ਕਹਿੰਦੇ ਨਾ ਹਰ ਇੱਕ ਚੀਜ਼ ਦੀਆਂ ਐਪ ਬਣੀਆਂ ਆ, ਉਹ ਟਰਾਂਸਲੇਸ਼ਨ ਅਸੀਂ ਤਾਂ ਕੀਤੀ, ਇਹਨਾਂ ਦੇ ਬੰਦਿਆਂ ਨੇ ਕੀਤੀ। ਉਹ ਸ਼ਰਮਾ ਜੀ ਦੱਸਦੇ ਇਹਨਾਂ ਦੇ ਚੰਗੇ ਬਹੁਤ ਵਿਚਾਰ ਹੁੰਦੇ। ਮੈਂ ਪੜ੍ਹਨ ਦਾ ਆਪਾਂ ਨੂੰ ਈਮੇਲ ਭੇਜ ਦਿੰਦੇ ਕਾਂਚੀ ਟੀਵੀ ਤੇ। ਹਾਂਜੀ। ਤੇ ਬੜੇ ਚੰਗੇ ਵਿਚਾਰ ਹੁੰਦੇ, ਜਿੱਦਾਂ ਉਹਨਾਂ ਨੇ ਵੀ ਕਿਹਾ ਵੀ ਕਿਸੇ ਨੇ ਗਲਤ ਵਿੱਚ ਪਾਈ ਆ, ਉਹ ਗਲਤ ਹੈ ਨਾ। ਇਹਨਾਂ ਨੂੰ ਚਾਹੀਦਾ ਕਿ ਠੀਕ ਕਰਾਉਣ ਜਿੱਦੀ ਛੇਤੀ ਹੋ ਸਕਦਾ ਹੈ, ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਮੈਸੇਜ ਹੈ ਸਹੀ ਜਾਵੇ ਜੀ। ਬਾਕੀ ਥੈਂਕ ਯੂ, ਤੁਹਾਡਾ ਪ੍ਰੋਗਰਾਮ ਦਾ ਬਹੁਤ ਥੈਂਕ ਯੂ ਤੁਹਾਡਾ ਜੀ, ਬਹੁਤ ਥੈਂਕ ਯੂ। ਸੋ ਅੱਛਾ ਜੀ। ਸੋ ਅਸੀਂ ਕਹਿੰਦੇ ਵੀ ਜਿਹੜੀ ਗੁਰਬਾਣੀ ਦੇਖੋ, ਜਿਹੜਾ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਪੂਰੇ ਦਾ ਪੂਰਾ ਇਹ ਇਸੇ ਜਿਹੜੀ ਨਾ ਸੀਗੀ ਆਪਣੇ ਇਨਸਾਨੀਅਤ ਦੇ ਖਿਲਾਫ ਨਫ਼ਰਤ, ਉਹਦੇ ਅਗੇਂਸਟ ਲਿਖਿਆ ਗਿਆ ਸਾਰਾ ਹੀ। ਸੋ ਅਸੀਂ ਇਹ ਇੱਕੋ ਇੱਕ ਧਰਮ ਆ, ਇੱਕੋ ਇੱਕ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਹੈਗਾ ਕਲਚਰ,
ਇਹਨੂੰ ਜੇ ਕਿਤੇ ਦੁਨੀਆ ਅਡੋਪਟ ਕਰ ਲਵੇ ਤਾਂ ਅਸੀਂ ਸਾਰੇ ਹੀ ਸੁਖੀ ਹੋ ਜਾਈਏ। ਇਹ ਜਿਹੜੀ ਸਾਡੀ ਨਫ਼ਰਤ ਆਪਸੀ ਇਹ ਮੁੱਕ ਸਕਦੀ ਹੈ। ਸੋ ਦਰਸ਼ਕੋ, ਸਾਡਾ ਟਾਈਮ ਬ੍ਰੇਕ ਵੱਲ ਜਾਣ ਦਾ ਹੋ ਗਿਆ ਤੇ ਉਮੀਦ ਆ ਤੁਸੀਂ ਵੀ ਆਪਣੇ ਅਸੀਂ ਕਿਸੇ ਦੇ ਕਾਂਸ਼ੀ TV ਜਾਂ ਮੈਂ ਕਿਸੇ ਦੇ ਖਿਲਾਫ ਨਹੀਂ, ਕਿਸੇ ਜਾਤ ਦੇ। ਅਸੀਂ ਜੋ ਲਿਖਿਆ, ਜੋ ਸਾਡੇ ਨਾਲ ਅਜੇ ਹੋ ਰਿਹਾ, ਇੱਕ ਤਾਂ ਕਹਿੰਦੇ ਅਸੀਂ ਪਿੱਛੇ ਸੁਣਿਆ, ਅਜੇ ਵੀ ਸਟਿਲ ਹੋ ਰਿਹਾ। ਸੋ ਅਸੀਂ ਉਹ ਤੋਂ ਦੁਖੀ ਹਾਂ, ਉਹਦੀ ਬਾਰੇ ਗੱਲ ਅਸੀਂ ਕਰਦੇ ਰਹਾਂਗੇ। ਸੋ ਮਿਲਦੇ ਹਾਂ ਤੁਹਾਨੂੰ ਅਗਲੇ ਹਾਫ ਆਵਰ ਦੇ ਵਿੱਚ, ਤੇ ਆਪਣੇ ਵਿਚਾਰ ਜ਼ਰੂਰ ਦੱਸਣਾ। ਤੇ ਜੈ ਗੁਰਦੇਵ ਜੀ। ਜਿਹੜਾ ਮਿਲਣਾ ਚਾਹੀਦਾ। ਤਾਂ ਇੱਕ ਹੋਰ ਆ ਵੀ ਜਿਹੜੇ ਕਹਿੰਦੇ ਨਾ ਵੀ ਅਸਲ 'ਚ ਜਿਹੜੇ ਨਾ ਇਹ ਹਿੰਦੂ ਧਰਮ ਦੇ ਅਨੁਸਾਰ ਜਾਂ ਬ੍ਰਾਹਮਣੀ ਜਿੰਨੇ ਵੀ ਜਿਹੜੇ ਕਿਰਤੀ ਹੱਥਾਂ ਦੇ ਕੰਮ ਕਰ ਜੇ, ਤੇ ਵੀ ਜੱਟ ਵੀ ਆ, ਜ਼ਿਮੀਂਦਾਰ ਵੀ ਆ ਜਾਂਦੇ ਆ, ਕਾਸ਼ਤਕਾਰ, ਇਹ ਸਾਰੇ ਸ਼ੂਦਰ ਆ। ਅਤੇ ਪਹਿਲਾਂ ਇਹ ਜਿੰਨੇ ਵੀ ਨਾ ਕਿਸਾਨ ਆ ਜਿਹੜੇ, ਇਹ ਸਾਰੇ ਹੀ ਇਹ ਜ਼ਿਮੀਂਦਾਰਾਂ, ਸ਼ਾਹੂਕਾਰ, ਰਜਵਾੜਿਆਂ ਦੇ ਸੀਰੀ ਹੁੰਦੇ ਸੀ, ਉਹਨਾਂ ਦੇ ਕੰਮ ਕਰਦੇ ਸੀ, ਤਾਂ ਇਹਨਾਂ ਨੂੰ ਮਿਲਦਾ ਸੀ। ਫਿਰ ਬਾਬਾ ਸਾਹਿਬ ਨੇ ਆ ਕੇ ਮੁਜ਼ਾਹਰਾ ਐਕਟ ਬਣਾ ਕੇ ਇਹਨਾਂ ਕਾਸ਼ਤਕਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਅਤੇ ਇਹ ਅੱਜ ਕੱਲ੍ਹ ਉਹੀ ਜਿਹੜੇ ਆ ਥੋੜ੍ਹੇ ਜਿਹੇ ਜ਼ਮੀਨ ਆ ਗਈ, ਚੰਗਾ ਇਹੀ ਨਫ਼ਰਤ ਕਰਨ ਲੱਗ ਪਏ ਨੇ ਆਪਣੇ ਨਾਲ ਦਿਆਂ ਨੂੰ। ਅਤੇ ਬਾਕੀ ਦੂਜੀ ਜਿਹੜੀ ਆ ਸਾਡੇ ਸ਼ੂਦਰ ਜਾਤ ਜਿਹੜੀ ਕਹਿੰਦੇ ਅਸੀਂ ਵੀ ਕੋਈ ਪਿੱਛੇ ਘੱਟ ਨਹੀਂ, ਸਾਡੇ ਜਿਹੜੀ ਹੀਣ ਭਾਵਨਾ ਇਹ ਜਾਂਦੀ ਨਹੀਂ, ਇਹਨੂੰ ਕੱਢਣਾ ਪੈਣਾ। ਇਹ ਹੁਣ ਦੇਖੋ ਸਾਡੇ ਜਿਹੜੇ ਬੱਚੇ ਆ, ਮੈਂ ਦੇਖਦਾ ਹਾਈਲੀ ਐਜੂਕੇਟ, ਸਾਰੇ ਤਰ੍ਹਾਂ ਦੀ ਡਿਗਰੀਆਂ ਉਹਨਾਂ ਕੋਲ, ਯੂ ਨੇਮ ਇਟ, ਮੈਂ ਤਾਂ ਕਦੇ ਸੁਣੀਆਂ ਨਹੀਂ ਸੀ, ਇੰਨੇ ਇੰਟੈਲੀਜੈਂਟ ਵੀ ਇਹ ਜਿਹੜੀ ਐਜੂਕੇਸ਼ਨ ਆ ਬਹੁਤ ਵੱਡੀ। ਅਸੀਂ ਹੋਰ ਅਸੀਂ ਅੱਖਰਾਂ ਪਿੱਛੇ ਲੜੀ ਜਾਂਦੇ ਹਾਂ। ਕੋਈ ਕਹਿੰਦਾ ਏਕ ਓਂਕਾਰ ਲਿਖਦਾ, ਕੋਈ ਕਹਿੰਦਾ ਹਰ ਲਿਖਣਾ, ਕੋਈ ਸੋਹੰਗ। ਇਹ ਤਿੰਨੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਆ, ਇਹਨਾਂ ਦਾ ਮਤਲਬ ਵੀ ਕੋਈ ਇਹ ਸਤਿਕਾਰ। ਸੋ ਇਹਦੇ ਪਿੱਛੇ ਲੜਨ ਦੀ ਕੋਈ ਲੋੜ ਨਹੀਂ। ਇਹਦੇ ਨਾਲ ਇੱਕ ਥੋੜ੍ਹਾ ਜਿਹਾ ਜੋਕ ਵੀ ਸੁਣਿਆ ਵੀ ਉਹ ਪਪੀਹਾ ਬੋਲਦਾ ਨਾ, ਆਪਣੇ ਟੀ ਕਰਦਾ, ਅਤੇ ਉੱਥੇ ਇੱਕ ਮੁਸਲਮਾਨ ਸੀ ਖੜਾ, ਉਹ ਇੱਕ ਨੇ ਕਿਹਾ ਵੀ ਇਹ ਕੀ ਕਹਿ ਰਿਹਾ? ਉਹ ਕਹਿੰਦਾ ਸਾਨੂੰ ਕਹਿ ਰਿਹਾ ਸੁਭਾਨ ਅੱਲਾ ਤੇਰੀ ਕੁਦਰਤ। ਅਤੇ ਉੱਥੇ ਇੱਕ ਹਿੰਦੂ ਸੀਗਾ, ਉਹ ਕਹਿੰਦਾ ਨਹੀਂ ਉਹ ਇੱਦਾਂ ਨਹੀਂ ਇਹ ਕਹਿ ਰਿਹਾ ਸੀਤਾ ਰਾਮ ਦਸ਼ਰਥ। ਅਤੇ ਉੱਧਰੋਂ ਬਹਿਸ ਦੇ ਵਿੱਚ ਇੱਕ ਸਬਜ਼ੀ ਵੇਚਣ ਵਾਲਾ ਆ ਗਿਆ, ਉੱਥੇ ਪਹਿਲਾਂ ਸਾਈਕਲਾਂ ਦੇ ਵੇਚਦੇ, ਉਹ ਆ ਗਏ, ਉਹ ਕਹਿੰਦਾ ਨਹੀਂ ਅਸਲ 'ਚ ਕਹਿ ਰਿਹਾ ਲਸਣ, ਪਿਆਜ਼, ਅਦਰਕ। ਅਤੇ ਇੱਦਾਂ ਬਹੁਤਾ ਰੌਲਾ ਪੈਂਦਾ। ਇੱਕ ਪਹਿਲਵਾਨ ਆਇਆ ਬੜਾ ਘੋੜਨੇ ਵਾਲਾ, ਹੁਣ ਸਾਰਿਆਂ ਨੂੰ ਫਿਰ ਚੁੱਪ ਕਰਾਉਣ ਲਈ ਕਹਿੰਦਾ ਉਹ ਨਹੀਂ ਇਹ ਕਹਿ ਰਿਹਾ ਡੰਡਾ ਪੇਲ ਕਸਰਤ। ਫਿਰ ਸਾਰੇ ਚੁੱਪ ਕਰ ਗਏ, ਕਿਉਂ ਅਸੀਂ ਸਾਰੇ ਜਿਹੜੇ ਵੀ ਜਿੰਨੇ ਵੀ ਨਾ ਇਹ ਜੁੱਤੀ ਦੇ ਯਾਰ। ਤਾਂ ਇਹ ਗੁਰਬਾਣੀ ਕੀ ਕਹਿੰਦੀ ਹੈ ਇਹਦੇ ਵਿੱਚ? ਇਹ 12ਵੀਂ ਜਿਹੜੇ ਨਾ ਸਿੱਖ ਧਰਮ ਦੇ ਇਹਦੀ ਅਸੀਂ ਸ਼ੁਰੂਆਤ 12ਵੀਂ 13ਵੀਂ ਸਦੀ ਤੋਂ ਸ਼ੁਰੂ ਹੋ ਗਈ ਸੀ। ਇਹਦੇ ਮੋਢੀ ਜਿਹੜੇ ਸੀ ਨਾ ਬਾਬਾ ਨਾਮਦੇਵ, ਸਤਿਗੁਰੂ ਕਬੀਰ ਜੀ, ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਜੈਦੇਵ, ਸਤਿਗੁਰੂ ਬਾਬਾ ਸੈਣ ਜੀ, ਇਹ ਸਾਰਿਆਂ ਨੇ ਪਹਿਲਾਂ ਇਹਨਾਂ ਨੇ ਆਵਾਜ਼ ਉਠਾਲੀ ਉਸ ਦੇ 12ਵੀਂ 13ਵੀਂ ਸਦੀ ਦੇ ਵਿੱਚ, ਅਤੇ ਉਹਨੂੰ ਭਗਤੀ ਲਹਿਰ ਕਹਿੰਦੇ ਆ। ਅਤੇ ਇਹੀ ਜਿਹੜੀ ਭਗਤੀ ਲਹਿਰ ਆ ਅੱਗੇ ਇਨਕਲਾਬ ਬਣ ਗਿਆ। ਬਾਬੇ ਨਾਨਕ ਨੇ ਇਹਦੀ ਜਿਹੜੀ ਵਾਗਡੋਰ ਆਪਣੇ ਹੱਥਾਂ 'ਚ ਲੈ ਲਈ ਅਤੇ ਇਹਨੂੰ ਸਿੱਖ ਇਨਕਲਾਬ ਦਾ ਨਾਂ ਦਿੱਤਾ। ਅਤੇ ਇਹਨੂੰ ਚਲਾਉਣ ਦੇ ਲਈ ਇੱਦਾਂ ਦੇ ਯੋਧੇ, ਇੱਦਾਂ ਦੇ ਸੰਤ ਲੱਭੇ ਜਿਹੜੇ ਕਿ ਆਪਣੇ ਸਿਰ ਕਟਾ ਸਕਣ, ਚਰਖੀਆਂ 'ਤੇ ਚੜ੍ਹ ਸਕਣ, ਬੱਚੇ ਨੀਹਾਂ ਚਣਾ ਸਕਣ। ਅਤੇ ਫਿਰ ਅਖੀਰ ਦੇ ਵਿੱਚ ਜਾ ਕੇ ਇਹ ਜਿਹੜਾ ਇਨਕਲਾਬ ਸੀਗਾ ਹਥਿਆਰਬੰਦ ਹੋ ਗਿਆ। ਇਹਦੇ ਵਿੱਚ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ, ਬੜਾ ਕੁਛ। ਤਾਂ ਫਿਰ ਜਿਹੜਾ ਸਿੱਖ ਧਰਮ ਹੋਣ ਦੇ ਵਿੱਚ ਆਇਆ ਹੈ। ਅਤੇ ਬਾਬੇ ਨਾਨਕ ਨੇ ਤਾਂ ਕਹਿ ਦਿੱਤਾ ਸੀ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸੋ ਇਹ ਜਿਹੜਾ ਪੂਰਾ ਇਨਕਲਾਬ ਹੋਇਆ ਸੀ ਨਾ ਖੜਾ, ਇਹਦੀ ਪੀੜਾ ਇੱਕ ਸੀ, ਉਦੇਸ਼ ਇੱਕ ਸੀ ਅਤੇ ਉਪਦੇਸ਼ ਇੱਕ ਸੀ। ਸੋ ਬਾਬੇ ਨਾਨਕ ਨੇ ਆਪਣੇ ਹੱਥਾਂ 'ਚ ਲੈ ਕੇ ਇਹਨੂੰ ਧੁਰ ਚਾੜਿਆ। ਦੇਖੋ ਅੱਜ ਜਿਹੜਾ ਗੁਰੂ ਗ੍ਰੰਥ ਸਾਹਿਬ ਆ, ਇਹਨੂੰ ਦੁਨੀਆ ਸਾਰੀ ਝੁਕ ਕੇ ਇਹਦੇ ਮੁੱਢ ਸਜਦੇ ਕਰਦੀ ਆ, ਕਿਉਂਕਿ ਇਹ ਸੱਚ ਦਾ ਘਰ ਆ। ਇਹ ਬਰਾਬਰਤਾ ਦਾ ਪਾਠ ਪੜ੍ਹਾਉਂਦਾ, ਏਕਤਾ ਦਾ ਪਾਠ, ਭਾਈਚਾਰੇ ਨੂੰ ਨੇੜੇ ਕਰਦਾ। ਅਤੇ ਇਹਦੇ ਵਿੱਚ ਜਿਹੜੇ ਸਾਡੇ ਮਹਾਂਪੁਰਸ਼ ਹੋਏ ਆ, ਇਹਨਾਂ ਨਾਲ ਵੀ ਹੋਇਆ, ਉਹਨਾਂ ਨੇ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਦੀ ਮੈਨਸ਼ਨ ਕੀਤਾ। ਬਾਬਾ ਨਾਮਦੇਵ ਅੰਗ 1164 'ਚ ਕਹਿੰਦੇ ਆ, ਹਸਤ ਖੇਲਤ ਤੇਰੇ ਦੇਹਰੇ ਆਇਆ, ਹੇ ਪ੍ਰਭੂ ਮੈਂ ਬੜੇ ਚਾਵਾਂ ਨਾਲ ਤੇਰੇ ਮੰਦਰ ਗਿਆ ਸੀ, ਭਗਤ ਕਰ ਨਾਮਾ ਪਕੜ ਉਠਾਇਆ। ਅਤੇ ਮੇਰੀ ਨੀਵੀਂ ਜਾਤ ਹੋਣ ਕਰਕੇ ਇਹ ਜਿਹੜੇ ਉੱਥੇ ਬੈਠੇ ਸੀ ਨਾ ਪ੍ਰੋਹਤ ਮੰਦਰ ਦੇ ਵਿੱਚ, ਇਹਨੀ ਮੈਨੂੰ ਭਗਤੀ ਕਰਦੇ ਨੂੰ ਬਾਹੋਂ ਫੜ ਕੇ ਮੰਦਰੋਂ ਉਠਾਲਤਾ, ਧੱਕੇ ਮਾਰੇ ਜਾਣੀ ਬੇਇੱਜ਼ਤ ਕੀਤਾ।
ਹੀਨੜੀ ਜਾਤ ਮੇਰੀ ਜਾਦਮ ਰਾਇਆ। ਹੇ ਜਾਦਵ ਕੁਲ ਦੇ ਸ਼੍ਰੋਮਣੀ ਪ੍ਰਭੂ, ਇਹ ਮੇਰੀ ਜਾਤ ਨੂੰ ਬਹੁਤ ਨੀਵਾਂ ਆਖਦੇ ਹਨ। ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਹੇ ਪ੍ਰਭੂ, ਜੇ ਮੇਰੀ ਇੱਦਾਂ ਹੀ ਬੇਇੱਜ਼ਤੀ ਹੋ, ਮੈਨੂੰ ਬੰਦਾ ਨਹੀਂ ਬਣਾਇਆ ਤਾਂ ਮੈਨੂੰ ਸ਼ੀਂਬਿਆਂ ਦੇ ਘਰ ਕਿਉਂ ਪੈਦਾ ਹੋਣਾ, ਕਿਉਂ ਮੈਨੂੰ ਇੱਥੇ ਭੇਜਿਆ ਤੈਂ। ਲੈ ਕਮਲੀ ਚੱਲਿਓ ਪਲਟਾਏ, ਦੇਰਾ ਪਾਸ਼ੇ ਬੈਠਾ ਜਾਏ। ਮਹਾਰਾਜ ਕਹਿੰਦੇ ਆ, ਮੈਂ ਆਪਣੀ ਕੰਬਲੀ ਲੈ ਕੇ ਪਿੱਛੇ ਨੂੰ ਤੁਰ ਪਿਆ, ਬੜਾ ਦਿਲ ਦੇ ਵਿੱਚ ਮਹਿਸੂਸ ਕੀਤਾ, ਮੈਂ ਤੇਰੇ ਮੰਦਰ ਦੇ ਪਿਛਲੇ ਜਾ ਕੇ ਪਾਸੇ ਬਹਿ ਗਿਆ। ਜਿਉਂ ਜਿਉਂ ਨਾਮਾ ਹਰ ਗੁਣ ਉਚਰੇ, ਭਗਤ ਜਨਾਂ ਕੋ ਦੇਰਾ ਫਿਰੇ। ਦੇਖੋ, ਇਹ ਜਿਹੜਾ ਪਰਮਾਤਮਾ ਆ ਉਹਨੂੰ ਸਭ ਪਤਾ। ਉਹਨੇ ਕਿਹਾ ਵੀ ਮੇਰੇ ਭਗਤ ਦੀ ਬੜੀ ਨਿੰਦਿਆ ਹੋਈ ਹੈ, ਬਹੁਤ ਬੇਇੱਜ਼ਤੀ ਹੋਈ ਹੈ, ਅਤੇ ਉਹ ਕਹਿੰਦੇ ਜਿਉਂ ਜਿਉਂ ਨਾਮਾ ਹਰ ਗੁਣ ਉਚਰੇ, ਭਗਤ ਜਨਾਂ ਕੋ ਦੇਰਾ ਫਿਰੇ। ਪਰ ਪ੍ਰਭੂ ਦੀ ਅਦਭੁਤ ਘਟਨਾ ਵਾਪਰੀ। ਜਿਉਂ ਜਿਉਂ ਨਾਮਾ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਰਿਹਾ, ਉਹ ਮਾਲਕ, ਉਹ ਪ੍ਰਭੂ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ ਅਤੇ ਦੇਰਾ ਘੁੰਮ ਗਿਆ। ਉਹ ਕਹਿੰਦੇ ਜਿਹੜਾ ਮੰਦਰ ਆ ਨਾ, ਜਿੱਧਰ ਬਾਬਾ ਨਾਮਦੇਵ ਜੀ ਪਿੱਛੇ ਬੈਠੇ ਸੀਗੇ, ਉੱਧਰ ਨੂੰ ਘੁੰਮ ਗਿਆ। ਅਜੇ ਵੀ ਕਹਿੰਦੇ ਉੱਦਾਂ ਹੀ ਆ, ਉੱਥੇ ਜਦੋਂ ਜਾਂਦੇ ਜਿਹੜੇ ਮੱਥਾ ਟੇਕਣ, ਅਤੇ ਉਹ ਉੱਥੇ ਜਿਹੜਾ ਪਿਛਲੇ ਪਾਸੇ ਦੀ ਜਾਣਾ ਪੈਂਦਾ, ਉਹ ਦੇਰਾ ਇੱਦਾਂ ਹੀ। ਇਹ ਬਾਬਾ ਨਾਮਦੇਵ ਜੀ ਦੀ ਬੜੀ ਕਮਾਲ ਦੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਲਿਖਿਆ। ਅਤੇ ਫਿਰ ਅੰਗ 324 ਕਬੀਰ ਸਾਹਿਬ ਨੇ ਤਾਂ ਬੜੀਆਂ ਕਮਾਲਾਂ ਕੀਤੀਆਂ। ਉਹ ਕਹਿੰਦੇ ਗਰਭਵਾਸ ਮੈਂ ਕੁਲ ਨਹੀਂ ਜਾਤੀ। ਉਹ ਕਹਿੰਦੇ ਜਦੋਂ ਬੱਚਾ ਹੁੰਦਾ ਆਪਣੀ ਮਾਂ ਦੇ ਪੇਟ ਦੇ ਵਿੱਚ, ਉਹਨੂੰ ਕੋਈ ਪਤਾ ਨਹੀਂ ਹੁੰਦਾ ਮਾਂ ਦੇ ਪੇਟ ਵਿੱਚ ਕਿ ਮੈਂ ਕਿਹੜੀ ਕੁਲ ਦਾ ਹਾਂ। ਬ੍ਰਹਮ ਬਿੰਦ ਤੇ ਸਭ ਉਤਪਾਤੀ। ਬਿੰਦ ਕਹਿੰਦੇ ਪਰਮਾਤਮਾ ਦੀ ਬੂੰਦ ਨੂੰ। ਇਹ ਸਾਰੇ ਜੀਵਾਂ ਦੀ ਉਤਪਤੀ ਉਸ ਪਰਮਾਤਮਾ ਦੇ ਅੰਸ਼ ਤੋਂ ਹੋ ਰਹੀ ਹੈ। ਕੌਰੇ ਪੰਡਤ ਬਾਮਨ ਕਬ ਕੇ ਹੋਏ, ਬਾਮਨ ਕਹਿ ਕੇ ਜਨਮ ਮਤ ਹੋਏ। ਹੇ ਬ੍ਰਾਹਮਣ, ਮਾਂ ਦੇ ਪੇਟ ਜਿਹੜਾ ਤੂੰ, ਸਾਰੇ ਜੀਵ ਇੱਕੋ ਜਿਹੇ ਹੁੰਦੇ ਹਨ, ਬਾਹਰ ਆ ਕੇ ਤੂੰ ਬ੍ਰਾਹਮਣ ਕਿੱਦਾਂ ਬਣ ਗਿਆ। ਆਪਣੇ ਆਪ ਨੂੰ ਬ੍ਰਾਹਮਣੀ ਹੰਕਾਰ ਵਿੱਚ ਰਹਿ ਕੇ ਇਹ ਜਨਮ ਮਤ ਖਰਾਬ ਕਰ। ਇਹ ਕਬੀਰ ਸਾਹਿਬ ਨੇ ਦੇਖੋ ਕਿੰਨੀ ਕਮਾਲ ਦੀ ਚੀਜ਼ ਲਿਖੀ ਆ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਾਓ ਆਨ ਬਾਟ ਕਾਹੇ ਨਹੀਂ ਆਇਆ। ਉਹ ਕਹਿੰਦੇ ਵੀ ਜੇ ਵਾਕਿਆ ਜੇ ਤੂੰ ਬ੍ਰਾਹਮਣ ਆ, ਉੱਚੀ ਕੋਲੋਂ, ਤੂੰ ਇੱਕ ਸਪੈਸ਼ਲ ਆ, ਜਿੱਧਰੋਂ ਅਸੀਂ ਹੋਰ ਜੰਮਦੇ ਹਾਂ, ਜਿਸ ਰਾਹ ਅਸੀਂ ਮਾਂ ਦੇ ਪੇਟ 'ਚੋਂ ਆਉਂਦੇ ਹਾਂ, ਤੈਨੂੰ ਤਾਂ ਕੋਈ ਨਵਾਂ ਹੀ ਲੱਭਣਾ ਪੈਣਾ ਸੀ ਕਿ ਤੂੰ ਆਪਣੇ ਆਪ ਨੂੰ ਬਹੁਤ ਉੱਚਾ ਸਮਝਦਾ। ਇਹ ਕਬੀਰ ਸਾਹਿਬ ਨੇ ਇੱਕ ਕਿਸਮ ਦਾ ਬੜਾ ਬੇਵਾਕ ਹੋ ਕੇ ਲਿਖਿਆ ਹੈ, ਇਹ ਤੈਨੂੰ ਤਾਂ ਰਾਹ ਜੰਮਣ ਲਈ ਕੋਈ ਹੋਰ ਕੁਝ ਲੱਭਣਾ ਪੈਣਾ ਸੀਗਾ, ਤੂੰ ਇੱਧਰ ਦੀ ਕਾਹਦੇ ਆਇਆ, ਤਾਂ ਫਿਰ ਤੇਰੀ ਬੇਇੱਜ਼ਤੀ ਆ। ਫਿਰ ਕਹਿੰਦੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲਹੂ ਤੁਮ ਕਤ ਦੂਧ। ਉਹ ਕਹਿੰਦੇ ਪੰਡਤੋ, ਜੇ ਚਲੋ ਤੁਸੀਂ ਬ੍ਰਾਹਮਣ ਹੋ ਗਏ, ਪਹਿਲਾਂ ਤਾਂ ਕਦੋਂ ਬਣੇ ਆ ਤੁਸੀਂ, ਜੇ ਅਸੀਂ ਕਹਿੰਦੇ ਅਸੀਂ ਕੱਟੀਏ ਮੜ ਜਾ ਕਿਤੇ ਸਰੀਰਾ ਲੱਗ ਜਾਵੇ, ਸਾਡੇ ਲਹੂ ਨਿਕਲਦਾ, ਫਿਰ ਤੇਰੇ ਲੱਗਣ ਨਾਲ ਤੇਰੇ ਦੁੱਧ ਨਿਕਲਣਾ ਚਾਹੀਦਾ ਹੈ, ਕਿਉਂਕਿ ਤੂੰ ਆਪਣੇ ਆਪ ਨੂੰ ਉੱਚਾ ਸਮਝਦਾ। ਅਤੇ ਇਹ ਵੀ ਜਾਣੀ ਸਮਝਾਉਣ ਦੀ ਮਹਾਰਾਜ ਦੀ ਇੱਕ ਬਹੁਤ ਹੀ ਕਮਾਲ ਦੀ ਚੀਜ਼ ਹੈ। ਫਿਰ ਉਹਨੇ ਕਿਹਾ ਕਹਿ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਸੋ ਉਹਨਾਂ ਨੇ ਫਿਰ ਡੈਫੀਨੇਸ਼ਨ ਦਿੱਤੀ ਵੀ ਉਹ ਬ੍ਰਾਹਮਣ ਅਸਲ 'ਚ ਕਿਹੜਾ ਆ। ਅਤੇ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਉਹਨੂੰ ਜਾਣਦਾ ਆ, ਉਹਦੀ ਰਜ਼ਾ 'ਚ ਰਹਿੰਦਾ, ਸਾਰਿਆਂ ਨੂੰ ਇੱਕੋ ਸਮਝਦਾ, ਉਹ ਬ੍ਰਾਹਮਣ। ਅਤੇ ਮਨੁੱਖ ਪਰਮਾਤਮਾ ਨੂੰ ਵਿਚਾਰਦਾ, ਸਿਮਰਤ ਚੇਤੇ ਕਰਦਾ, ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਕਹਿੰਦੇ ਹਾਂ। ਅਤੇ ਫਿਰ ਅੱਗੇ ਅੰਗ 1364 ਦੇ ਵਿੱਚ ਮਹਾਰਾਜ ਕਹਿੰਦੇ ਆ ਕਬੀਰ ਮੇਰੀ ਜਾਤ ਕੋ ਸਭ ਕੋ ਹਸਨਹਾਰ, ਬਲਿਹਾਰੀ ਇਸ ਜਾਤ ਕੋ ਜੈ ਜਪਿਓ ਸਿਰਜਣਹਾਰ। ਮੇਰੀ ਜਲਾਇਆਂ ਦੀ ਜਾਤ ਨੂੰ ਹਰ ਕੋਈ ਮਖੌਲ ਕਰਦਾ ਹੈ, ਪਰ ਹੁਣ ਮੈਂ ਇਸ ਜਾਤ ਤੋਂ ਸਦਕੇ ਜਾਨਾ, ਬਲਿਹਾਰੇ ਜਾਨਾ ਹਾਂ ਕਿ ਇਸ ਜਾਤ ਦੇ ਵਿੱਚ ਜੰਮ ਕੇ ਮੈਂ ਉਸ ਪਰਮਾਤਮਾ ਦੀ ਭਗਤੀ ਕੀਤੀ ਹੈ ਅਤੇ ਆਤਮਿਕ ਸੁੱਖ ਮਾਣ ਰਿਹਾ ਹਾਂ, ਅਤੇ ਮੈਂ ਬਹੁਤ ਖੁਸ਼ ਹਾਂ। ਇਹ ਗੁਰਬਾਣੀ ਦੇ ਵਿੱਚ ਇੱਕ ਹੋਰ ਵੀ ਬੜਾ ਸੋਹਣਾ ਇਹ ਆਲਾ ਸ਼ਬਦ ਹੈ, ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਵੇਕਾਰਾ। ਜਾਤ ਕਾ ਗਰਭ ਨਾ ਕਰੀਏ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਚਾਰੇ ਵਰਣ ਆਖੇ ਸਭ ਕੋਈ, ਬ੍ਰਹਮ ਬਿੰਦੇ ਤੇ ਸਭ ਉਪਤੀ ਹੋਈ। ਮਾਟੀ ਏਕ ਸਗਲ ਸੰਸਾਰਾ, ਬਹੁ ਵਿਧ ਭਾਂਡੇ ਘੜੇ ਘਮਾਰਾ। ਪੰਜ ਤਤ ਮਿਲ ਦੇਹੀ ਕਾ ਆਕਾਰਾ, ਕਹਿ ਨਾਨਕ ਇਹ ਜਿਉ ਕਰਮ ਬੰਦ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਸੋ ਇਹਦਾ ਜਿਹੜਾ ਪੂਰਾ ਸਾਰ ਭਾਵ ਹੈ, ਇਹਦਾ ਭਾਵ ਅਰਥ ਇਹ ਹੈ, ਇੱਕ ਫਜ਼ੂਲ ਕਿਸਮ ਦਾ ਹੰਕਾਰੀ ਬੰਦਾ ਆਪਣੀ ਜਾਤ 'ਤੇ ਮਾਣ ਕਰਦਾ ਹੈ। ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਦੀ ਅੰਸ਼ ਤੋਂ ਬਣੀ ਹੋਈ ਹੈ। ਜਿਸ ਤਰ੍ਹਾਂ ਇੱਕ ਘੁਮਾਰ ਮਿੱਟੀ ਦੇ ਵੱਖੋ ਵੱਖਰੀ ਭਾਂਡੇ ਬਣਾਉਂਦਾ ਹੈ, ਉਸੀ ਤਰ੍ਹਾਂ ਇਹ ਸਾਰੇ ਜੀਵ ਜੰਤੂ ਪਰਮਾਤਮਾ ਦੀ ਕਲਾ ਦਾ ਨਮੂਨਾ ਹੈ। ਮਨੁੱਖ ਪੰਜ ਤੱਤਾਂ ਦੇ ਮਿਸ਼ਰਣ ਤੋਂ ਬਣਿਆ ਹੈ। ਕੋਈ ਵੀ ਨਹੀਂ ਕਹਿ ਸਕਦਾ ਕਿ ਮੈਂ ਛੋਟਾ ਜਾਂ ਵੱਡਾ ਹਾਂ। ਸਾਰੀਆਂ ਰੂਹਾਂ ਆਪਣੇ ਆਪਣੇ ਕਰਮਾਂ ਨਾਲ ਬੱਝੀਆਂ ਹੋਈਆਂ ਹਨ। ਹੇ ਨਾਨਕ, ਪੂਰੇ ਸਤਿਗੁਰ ਤੋਂ ਬਿਨਾਂ ਮੁਕਤੀ ਅਸੰਭਵ ਹੈ। ਇਹ ਵੀ ਬੜੀ ਕਮਾਲ ਦੀ ਸ਼ਬਦ ਹੈ ਇਹਦੇ ਵਿੱਚ। ਅਤੇ ਅੱਗੇ
ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਪੰਨਾ 62 ਦੇ ਵਿੱਚ ਲਿਖਦੇ ਆ, ਸਭ ਕੋ ਉੱਚਾ ਆਖੀਏ ਨੀਚ ਨਾ ਦੀਸੇ ਕੋਏ, ਇੱਕ ਨਾ ਭਾਂਡੇ ਸਾਜੀਏ ਇੱਕ ਚਾਨਣ ਤਹਿ ਲੋਈ। ਤਹਿ ਤਿੰਨਾਂ ਭਵਨਾਂ ਵਿੱਚ, ਇੱਥੇ ਕੋਈ ਉੱਚਾ ਨੀਵਾਂ ਨਹੀਂ, ਸਭ ਪ੍ਰਾਣੀ ਉਸ ਕਰਤੇ ਦੀ ਕਿਰਤ ਹਨ, ਕਿਉਂਕਿ ਦਤਾਰ ਨੇ ਇਹ ਸਾਰੇ ਜੀਵ ਰਚੇ ਹਨ। ਤਿੰਨਾਂ ਲੋਕਾਂ ਦੇ ਜੀਵਾਂ ਵਿੱਚ ਉਸ ਕਰਤਾਰ ਦੀ ਜੋਤ ਦਾ ਚਾਨਣ ਹੈ। ਫਿਰ ਕਹਿੰਦੇ ਮਹਾਰਾਜ ਦੂਜਾ ਕਵਣ ਕਹਾ ਨਹੀਂ ਕੋਈ, ਸਭ ਮੇਂ ਏਕ ਨਿਰੰਜਨ ਸੋਈ। ਮਹਾਰਾਜ ਕਹਿੰਦੇ ਆ ਕਿ ਬ੍ਰਾਹਮਣ ਕੋਈ ਬਹੁਤਾ ਪਵਿੱਤਰ ਨਹੀਂ, ਹਰ ਇੱਕ ਇਨਸਾਨ ਵਿੱਚ ਇੱਕ ਨਿਰੰਕਾਰ ਦਾ ਵਾਸਾ ਹੈ, ਇਸ ਲਈ ਕੋਈ ਵੀ ਉੱਚਾ ਨੀਵਾਂ ਨਹੀਂ ਹੈ। ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਕਾ ਇੱਕੋ ਛਾਓ। ਜਿਵੇਂ ਫੱਕੜ ਕਹਿੰਦੇ ਫਜ਼ੂਲ, ਜਿਵੇਂ ਆਪਣੀ ਵਡਿਆਈ ਕਰਨੀ ਫਜ਼ੂਲ ਹੈ, ਉਵੇਂ ਹੀ ਜਾਤ ਵੀ ਫਜ਼ੂਲ ਹੈ। ਹਰ ਇੱਕ ਜੀਵ ਨੂੰ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਹੈ। ਤੇ ਇਹਦੇ ਅੱਗੇ ਗੁਰੂ ਅਰਜਨ ਦੇਵ ਜੀ ਪੰਨਾ 498 ਵਿੱਚ ਕਹਿੰਦੇ ਆ, ਪਤਿਤ ਪਵਿੱਤਰ ਲੀਏ ਕਰ ਆਪਣੇ, ਸਗਲ ਕਰਤ ਨਮਸਕਾਰੋ। ਵਰਨ ਜਾਤ ਕੋਈ ਪੁੱਛੇ ਨਾਹੀ, ਬਾਸ਼ੇ ਚਰਨ ਰਵਾਰੋ। ਰਵਾਰੋ ਕਹਿੰਦੇ ਧੂੜ ਨੂੰ। ਪਤਿਤ ਵਿਕਾਰਾਂ ਵਿੱਚ ਡਿੱਗੇ ਹੋਏ ਜਿਹਨਾਂ ਬੰਦਿਆਂ ਨੂੰ ਪਵਿੱਤਰ ਕਰਕੇ ਪਰਮਾਤਮਾ ਆਪਣੇ ਦਾਸ ਬਣਾ ਲੈਂਦਾ ਹੈ। ਸਾਰੀ ਲੋਕਾਈ ਉਹਨਾਂ ਅੱਗੇ ਸਿਰ ਨਿਵਾਉਂਦੀ ਹੈ। ਇੱਥੇ ਕੋਈ ਨਹੀਂ ਪੁੱਛਦਾ ਉਹਦੀ ਜਾਤ ਕਿਹੜੀ ਹੈ, ਸਭ ਲੋਕ ਉਹਨਾਂ ਦੀ ਚਰਨਾਂ ਦੀ ਧੂੜ ਮੰਗਦੇ ਹਨ। ਫਿਰ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਵੀ ਇਹਦੇ ਵਾਸਤੇ ਬੜਾ ਸੋਹਣਾ ਸੁੰਦਰ ਲਿਖਿਆ ਹੈ। ਰਵਿਦਾਸ ਬਾਮਨ ਮਤ ਪੂਜੀਏ, ਜੋ ਹੋਵੇ ਗੁਣਹੀਨ, ਪੂਜੀਏ ਚਰਨ ਚੰਡਾਲ ਕੇ, ਜੋ ਹੋਵੇ ਗੁਣ ਪ੍ਰਵੀਨ। ਕਹਿੰਦੇ ਜਿਹੜਾ ਹੰਕਾਰੀ ਆ, ਜਾਤ ਭਵਾਨੀ ਆ, ਭਾਵੇਂ ਬਣਨ ਵੀ ਆ, ਉਹਨੂੰ ਪੂਜਣ ਨਾਲੋਂ ਇੱਕ ਜਿਹੜੀ ਚੰਡਾਲ ਆ ਉਹਨੂੰ ਪੂਜੇ ਦੇ ਵਿੱਚ ਗੁਣ ਹੋਣ, ਉਹ ਪੂਜਣੀ ਬਿਹਤਰ ਆ। ਫਿਰ ਮਹਾਰਾਜ ਦਾ ਦਰਸ਼ਨ, ਰਵਿਦਾਸ ਦਰਸ਼ਨ ਪੰਨਾ 124 ਤੇ ਕਹਿੰਦੇ ਆ, ਵੇਦ ਪੜ੍ਹੀ ਪੰਡਤ ਬਨਿਓ, ਗਾਂਠ ਪਨ ਹੀ ਤਉ ਚਮਾਰ। ਰਵਿਦਾਸ ਮਨੁੱਖ ਏਕ ਹੈ, ਨਾਮ ਧਰੇ ਹੈ ਚਾਰ। ਬੰਦਾ ਇੱਕੋ ਹੀ ਹੈ, ਕਹਿੰਦੇ ਭਈ ਇਹ ਨਾਂ ਰੱਖੇ ਹੋਏ ਇਹਨਾਂ ਨੇ ਚਾਰ। ਰਵਿਦਾਸ ਜਨਮ ਕੇ ਕਾਰਨੇ, ਹੋਤ ਨਾ ਕੋਈ ਨੀਚ, ਨਰ ਕੋ ਨੀਚ ਕਰ ਡਾਰ ਹੈ। ਇਹ ਓਛੇ ਕਰਮ ਕੋ ਚੀਤ। ਭਾਵ ਕੋਈ ਵੀ ਬੰਦਾ ਜਨਮ ਤੋਂ ਨੀਚ ਨਹੀਂ, ਬਲਕਿ ਉਹਦੇ ਕੰਮ ਉਹਨੂੰ ਨੀਚ ਬਣਾਉਂਦੇ ਆ। ਸੋ ਜਿਹੜੀ ਸੋਚਣੀ ਆ, ਕਿਸੇ ਨੂੰ ਘਿਰਨਾ ਕਰਨੀ ਆ, ਇਹ ਇੱਥੇ ਤੁਹਾਡੀ ਨੀਚਤਾ ਸਾਹਮਣੇ ਆ ਜਾਂਦੀ ਹੈ। ਇਨਸਾਨ ਸਾਰੇ ਇੱਕੋ ਹੀ ਰਹਿਣਾ। ਦੇਖ ਲਓ ਅਸੀਂ ਜੰਮਦੇ ਵੀ ਉੱਦਾਂ ਹੀ ਆ, ਮੌਤ ਵੀ ਉੱਦਾਂ ਹੀ ਹੁੰਦੀ ਆ। ਸੋ ਇਹ ਜਿਹੜੀ ਜਾਤਾਂ ਆ, ਇਹਨਾਂ ਨੂੰ ਭੁਲਾਉਣਾ ਪੈਣਾ। ਫਿਰ ਮਹਾਰਾਜ ਕਹਿੰਦੇ ਆ, ਦਰਦ ਦੇਖ ਸਭ ਕੋ ਹਸੇ, ਐਸੀ ਦਸ਼ਾ ਹਮਾਰੀ। ਅਸ ਦਸ਼ਾ ਸਿੱਧ ਕਰ ਤਲੇ, ਸਭ ਕਿਰਪਾ ਤੁਮਾਰੀ। ਜਾਕੀ ਸ਼ੋਤ ਜਗਤ ਕੋ ਲਾਗੇ, ਤਾਂ ਪਰ ਤੂ ਹੀ ਟਰੇ। ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਤੇ ਕਹਿੰਦੇ ਸੀ ਲੋਕ ਹੱਸਦੇ ਆ ਮੇਰੀ ਜਾਤ ਕਰਕੇ, ਪਰ ਪ੍ਰਮਾਤਮਾ ਨੇ ਮੇਰੇ ਹੱਥਾਂ 'ਤੇ ਰਿੱਧੀਆਂ ਸਿੱਧੀਆਂ ਰੱਖਤੀਆਂ। ਇਹ ਦਾਤਿਆ ਸਾਰੀ ਤੇਰੀ ਕਿਰਪਾ ਹੈ। ਬਾਅਦ 'ਚ ਕਹਿੰਦੇ ਵੀ ਇਹ ਮੈਂ ਕੁਛ ਨਹੀਂ ਹੈਗਾ, ਇਹ ਜੋ ਵੀ ਹੈ ਇਸ ਦਤਾਰ ਸੱਚੇ ਪਾਤਸ਼ਾਹ ਦਾ ਹੈ। ਤੇ ਫਿਰ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਸਾਰੇ ਜਿਹੜੇ ਸੰਤਾਂ ਨੇ ਦੀ ਯਾਦ ਦਾ ਨਾਲ ਲਿਖ ਕੇ ਬਾਅਦ 'ਚ ਇਹਨਾਂ ਨੂੰ ਗੋਬਿੰਦ ਰੂਪ ਪਰਮਾਤਮਾ ਦਾ ਰੂਪ ਕਹਿ ਤਾ, ਤਾਂ ਕਿ ਕਿਸੇ ਨੂੰ ਭੁਲੇਖਾ ਨਾ ਰਹੇ ਵੀ ਉਹ ਤਾਂ ਜੀ ਫਲਾਨੀ ਬਾਣੀ ਆ, ਭਗਤਾਂ ਦੀ ਬਾਣੀ ਹੈ, ਗੁਰੂ ਨਹੀਂ ਹੋ ਸਕਦੇ। ਤੇ ਉਹਦੇ ਵਿੱਚ ਨੇ ਕਿਹਾ, ਵਾਲਮੀਕੇ ਹੋਇਆ ਸਾਧ ਸੰਗ। ਭਗਵਾਨ ਵਾਲਮੀਕ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਈ, ਉਹਨੇ ਪਰਮਾਤਮਾ ਦਾ ਨਾਮ ਜਪ ਕੇ ਉਹਦਾ ਪਾਰ ਉਤਾਰਾ ਹੋ ਗਿਆ। ਧਰੂ ਕੋ ਮਿਲਿਆ ਹਰਨ ਸੰਗ। ਨਾਮ ਦੀ ਬਰਕਤ ਨਾਲ ਧਰੂ ਨੂੰ ਪਰਮਾਤਮਾ ਪ੍ਰਤੱਖ ਹੋ ਕੇ ਮਿਲਿਆ। ਫਿਰ ਕਹਿੰਦੇ ਬਿਦਰ ਉਦਰਿਓ ਦਾਸਤ ਭਾਈ। ਦਾਸਤ ਮੀਨ ਸੇਵਾ ਦੇ ਭਾਵ ਨਾਲ। ਬਿਦਰ ਪਰਮਾਤਮਾ ਦੀ ਸੇਵਾ ਦੇ ਭਾਵ ਨਾਲ ਪਾਰ ਲੰਘ ਗਿਆ। ਹੇ ਮੇਰੇ ਮਨ, ਤੂੰ ਵੀ ਪਰਮਾਤਮਾ ਦਾ ਧਿਆਨ ਧਰਿਆ ਕਰ। ਬਿਦਰ ਉਦਰਿਓ ਦਾਸਤ ਭਾਈ, ਰੇ ਮਨ ਤੂੰ ਵੀ ਹਰ ਧਿਆਈ। ਪ੍ਰਹਲਾਦ ਰੱਖੀ ਹਰ ਪੈਜ ਆਪ, ਬਸਤਰ ਸ਼ੀਨਤ ਦ੍ਰੋਪਦੀ ਰੱਖੀ ਲਾਜ। ਪ੍ਰਹਲਾਦ ਦੀ ਜਦੋਂ ਪਰਮਾਤਮਾ ਨੇ ਰੱਖੀ, ਅਤੇ ਜਦੋਂ ਦ੍ਰੋਪਦੀ ਦੇ ਬਸਤਰ ਲਾਜ ਜਾ ਰਹੇ ਸਨ ਤਾਂ ਪਰਮਾਤਮਾ ਨੇ ਉਹਦੀ ਆਪ ਇੱਜ਼ਤ ਰੱਖੀ। ਤੁਸੀਂ ਜਾਣਦੇ ਆ ਸਟੋਰੀ ਕਿੱਦਾਂ ਉਹਨੂੰ ਜੂਏ 'ਚ ਹਾਰ ਗਿਆ ਸੀ, ਅਤੇ ਫਿਰ ਉਹਦੀ ਸਾੜੀ ਕਹਿੰਦੇ ਉਤਾਰ, ਉਹ ਮੁੱਕੀ ਨਹੀਂ, ਕੱਪੜਾ ਹੀ ਨਹੀਂ ਮੁੱਕਿਆ। ਅਤੇ ਮਹਾਰਾਜ ਇਹਦੇ ਬਾਰੇ ਮੈਨਸ਼ਨ ਕਰਦੇ ਆ। ਫਿਰ ਧੰਨੇ ਸੇਵਿਆ ਬਾਲ ਬੁੱਧ, ਤਰਲੋਚਨ ਗੁਰਮਿਲ ਭਈ ਸਿੱਧ। ਮੇਰੇ ਮਨ, ਧੰਨੇ ਨੂੰ ਬਾਲਾਂ ਵਾਲੀ ਬੁੱਧੀ ਨਾਲ ਪਰਮਾਤਮਾ ਦੀ ਭਗਤੀ ਕੀਤੀ। ਬਾਲਾਂ ਵਾਲੀ ਬੁੱਧੀ ਦਾ ਮਤਲਬ ਵੀ ਉਹ ਜਿਹੜਾ ਨਾ ਇੱਕ ਬੱਚਾ ਆ, ਉਹਨੂੰ ਕਿਸੇ ਦਾ ਨਹੀਂ, ਕੋਈ ਜਾਤ ਨਹੀਂ, ਕੁਛ ਨਹੀਂ, ਉਹ ਸੱਚੇ ਦਿਲ ਨਾਲ ਲੱਗਾ। ਇੱਦਾਂ ਧੰਨਿਆ ਭਗਤ ਧੰਨਾ ਜੀ ਨੇ ਵੀ ਨਾ ਠਾਕਰ ਨੂੰ ਕਹਿ ਦਿੱਤਾ ਸੀ, ਪੱਥਰ ਨੂੰ ਦੁੱਧ ਪੀਣਾ ਦਾ ਪੀ ਦੇਖ ਲਾ, ਫਿਰ ਮੈਂ ਤਾਂ ਨਹੀਂ ਇੱਦਾਂ ਮੰਨਦਾ, ਜਾਣੀ ਉਹਨੂੰ ਮੰਨਣਾ ਪਿਆ ਸੀ। ਫਿਰ ਕਹਿੰਦੇ ਬੇਣੀ ਕਉ ਗੁਰ ਕੀਓ ਪ੍ਰਗਾਸ, ਰੇ ਮਨ ਤੂੰ ਵੀ ਹੋਵੇ ਦਾਸ।
ਗੁਰੂ ਦੀ ਕਿਰਪਾ ਨਾਲ ਭਗਤ ਬੇਣੀ ਨੂੰ ਆਤਮਿਕ ਜੀਵਨ ਦਾ ਚਾਨਣ ਮਿਲਿਆ। ਹੇ ਮੇਰੇ ਮਨ, ਤੂੰ ਵੀ ਪਰਮਾਤਮਾ ਦਾ ਇਹਨਾਂ ਦੀ ਤਰ੍ਹਾਂ ਬਣ। ਜੈਦੇਵ ਤਿਆਗਿਓ ਅਹਮ ਮੇਵ, ਨਾਈ ਉਧਰਿਓ ਸੈਨ ਦੇਵ। ਜੈਦੇਵ ਨੇ ਆਪਣੇ ਹੈਲੋ ਜੀ ਜੈਗਦੇਵ ਜੀ। ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰ ਸਕਦਾ? ਹਾਂਜੀ ਹਾਂਜੀ, ਜਾਂ 2 ਮਿੰਟ ਪਲੀਜ਼। ਅੱਛਾ ਹੈਲੋ ਜੀ। ਹਾਂਜੀ ਹਾਂਜੀ ਜੈਗਦੇਵ ਜੀ। ਜੈਗਦੇਵ ਜੀ ਕੌਣ ਬੋਲਦੇ ਜੀ, ਕਿੱਥੋਂ ਬੋਲਦੇ? ਮੈਂ ਦੀਪ ਨਾਹਰ ਬੋਲਦਾ ਜੀ, ਬੁਰਵਾਨ ਤੋਂ ਬੋਲਦਾ ਆ। ਨਾਹਰ ਸਾਹਿਬ ਤੁਹਾਡਾ ਸਵਾਗਤ ਹੈ। ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਜੀ। ਹਾਂਜੀ ਮੈਂ ਇੱਕ ਮਿੰਟ ਮੈਂ ਦੀਪ ਨਾਹਰ ਬੋਲਦਾ ਜੀ, ਬੁਰਵਾਨ ਤੋਂ। ਹਾਂਜੀ 2 ਮਿੰਟ ਜਰਾ ਜਲਦੀ ਫਿਨਿਸ਼ ਕਰੋ, ਟਾਈਮ ਦੀ ਸਮਾਪਤੀ ਹੋ ਰਹੀ ਹੈ। ਜਿਹੜਾ ਹੈ ਨਾ, ਤੁਸੀਂ ਮੈਂ ਆਪਦਾ ਬੜਾ ਆਦਰ ਮਾਣ ਕਰਦਾ ਹਾਂ ਜੀ, ਬੜੇ ਵਿਦਵਾਨ ਹੋ। ਹਾਂਜੀ ਸਰਪੰਗਾ ਜੀ ਜਿਹੜਾ ਤੁਸੀਂ ਵਾਲਮੀਕ ਸਾਧ ਸੰਗਤ ਕਿਹਾ, ਇੱਥੇ ਤੁਸੀਂ ਬਹੁਤ ਰੌਂਗ ਆ। ਤੁਹਾਨੂੰ ਜੋਗਸ਼ੀ ਰਮਾਇਣਾ ਪੜ੍ਹਨ ਦੀ ਲੋੜ ਆ। ਉਹਦਾ ਸਾਧੂਆਂ ਦੀ ਆਪ ਸੰਗਤ ਕਰਾਉਂਦੇ ਸੀ। ਤੁਸੀਂ ਕਹਿੰਦੇ ਹੋ ਕਿ ਉਹ ਸਾਧ ਸੰਗ ਕਰਦੇ ਸਨ। ਇੰਨੀ ਵੱਡੀ ਮਹਾਨ ਸ਼ਕਤੀ ਨੂੰ ਤੁਸੀਂ ਇਹ ਗੱਲ ਆਖੀ ਹੈ, ਮੈਂ ਇਹਨਾਂ ਨਾਲ ਐਗਰੀ ਨਹੀਂ ਗਾ। ਇਹ ਕਿਸੇ ਨੇ ਮਨ ਕਰ ਸਟੋਰੀ ਦੇ ਵਿੱਚ ਦੇਖ ਕੇ ਵਿੱਚ ਲਿਖਿਆ ਹੋਇਆ। ਆਪ ਆਪਣੇ ਰਮਾਇਣਾ ਜੋਗਸ਼ੀ ਚੰਗੀ ਤਰ੍ਹਾਂ ਪੜ੍ਹੋ, ਦੋਸਤਾਂ ਚੰਗੀ ਤਰ੍ਹਾਂ ਪੜ੍ਹੋ। ਇਹ ਤੁਹਾਨੂੰ ਕੋਈ ਲੋੜ ਹੋਵੇ ਸੈਂਟਰ ਬਾਣੀ ਸਾਹਿਬ ਨਾਲ ਤੁਸੀਂ ਡਿਸਕਸ਼ਨ ਕਰ ਸਕਦਾ। ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਥੈਂਕ ਯੂ ਜੀ। ਸੋ ਅੱਛਾ ਜੀ, ਸੋ ਜੈਦੇਵ ਤਿਆਗਿਓ ਹਮੇਵ, ਨਾਈ ਉਧਰਿਓ ਸੈਨ ਦੇਵ। ਕਬੀਰ ਧਿਆਇਓ ਏਕ ਰੰਗ, ਨਾਮ ਦਿਓ ਹਰ ਜਿਓ ਬਸੇ ਸੰਗ। ਤੇ ਅੱਗੇ ਰਵਿਦਾਸ ਧਿਆਇਓ ਪ੍ਰਭ ਅਨੂਪ। ਗੁਰੂ ਰਵਿਦਾਸ ਨੇ ਵੀ ਸੋਹਣੇ ਪ੍ਰਭੂ ਦਾ ਸਿਮਰਨ ਕੀਤਾ। ਗੁਰੂ ਨਾਨਕ ਗੋਬਿੰਦ ਰੂਪ। ਸੋ ਇਹ ਨਾਨਕ ਇਹਨਾਂ ਸਭਨਾਂ ਸੰਤਾਂ ਭਗਤਾਂ ਦੇ ਗੁਰੂ ਦੀ ਕਿਰਪਾ ਕੀਤੀ ਹੈ ਤੇ ਗੋਬਿੰਦ ਰੂਪ ਹੋ ਗਏ ਹਨ। ਸੋ ਅਖੀਰੇ ਹੁਣ ਸਮ ਅਪ ਕਰੀਏ ਜੀ, ਵੀ ਗੱਲ ਇਹ ਹੈ ਵੀ ਇੱਥੇ ਵੀ ਜਿਹੜੀ ਜਾਤ ਪਾਤ ਇਹਦਾ ਕੋਈ ਫਾਇਦਾ ਨਹੀਂ। ਇਹ ਸਾਨੂੰ ਸਾਡੇ ਰਾਜ ਰੋੜਾ ਬਣ ਰਹੀ ਆ। ਅਤੇ ਇਹਨੂੰ ਮੈਂ ਤਾਂ ਜੇ ਸੋਚਦਾ ਹੁੰਦਾ ਕਿ ਕਿੰਨਾ ਚਿਰ ਹੋ ਗਿਆ ਗੁਰੂ ਪੀਰਾਂ ਨੇ ਪੈਗੰਬਰਾਂ ਨੇ ਬੜਾ ਕੁਛ ਲਿਖਿਆ, ਇਹ ਗਈ ਨਹੀਂ। ਇਹ ਸਾਨੂੰ ਆਪ ਇੱਥੇ ਖਤਮ ਹੋ ਰਹੀ। ਇਹ ਕਿੱਦਾਂ ਹੋ ਰਹੀ ਹੈ? ਸਾਨੂੰ ਆਪਸੀ ਕੁੜਮਾਚਾਰੀ, ਬੇਟੀ ਰੋਟੀ ਇਹ ਵਧਾਉਣੀ ਪੈਣੀ ਹੈ, ਜਿਹੜੀ ਕਿ ਹੋ ਰਿਹਾ। ਮੈਂ ਦੇਖਿਆ ਜਿਹੜੀ ਇੱਥੇ ਦੀ ਜਨਰੇਸ਼ਨ ਆ, ਇਹਨਾਂ ਨੂੰ ਕੋਈ ਇਹਦੇ ਨਾਲ ਮਤਲਬ ਨਹੀਂ ਹੈਗਾ ਅਤੇ ਆਪਸੀ ਇੰਟਰਕਾਸਟ ਮੈਰਿਜ ਹੋ ਰਹੇ ਆ। ਇਹਦੇ ਨਾਲ ਇਹ ਟੁੱਟ ਰਹੀ ਹੈ, ਇਹ ਟੁੱਟਣੀ ਆ। ਇਹ ਤੋਂ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ ਹੈਗਾ। ਸੋ ਅਸੀਂ ਇਹ ਜਿਹੜਾ ਕੋਡ ਆ ਇਹਨੂੰ ਆਪਾਂ ਦੂਰ ਕਰੀਏ ਅਤੇ ਸਾਰੇ ਰਲ ਮਿਲ ਕੇ ਰਹੀਏ ਪ੍ਰੇਮ ਭਾਈਚਾਰੇ ਦੇ ਨਾਲ, ਅਤੇ ਇਹਦੇ ਵਿੱਚ ਸਾਡਾ ਭਲਾ ਆ। ਅਤੇ ਬਾਕੀ ਜਿਹੜੀ ਪੜ੍ਹਾਈ ਬਹੁਤ ਜ਼ਰੂਰੀ ਆ। ਦਰਸ਼ਕੋ, ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਐਜੂਕੇਸ਼ਨ ਦਿਓ। ਐਜੂਕੇਸ਼ਨ ਦੇ ਨਾਲ ਹੀ ਤੁਹਾਡੀ ਇੱਜ਼ਤ ਵਧਣੀ ਆ। ਇਹਦੇ ਨਾਲ ਹੀ ਤੁਹਾਡੇ ਕੋਲ ਮਾਇਆ ਆਉਣੀ ਆ। ਇਹਦੇ ਨਾਲ ਹੀ ਤੁਹਾਡੀ ਜਿਹੜੀ ਜਾਤ ਪਾਤ ਦਾ ਕੋਡ ਉਤਰਨਾ। ਅਤੇ ਕੁੜੀਆਂ ਨੂੰ ਜ਼ਰੂਰ ਪੜ੍ਹਾਓ। ਅਤੇ ਐਜੂਕੇਸ਼ਨ ਤੋਂ ਬਿਨਾਂ ਚਾਰਾ ਕੋਈ ਨਹੀਂ। ਹੋਰ ਤੁਹਾਨੂੰ ਕੋਈ ਜਾਇਦਾਦ ਦੀ ਲੋੜ ਨਹੀਂ। ਅਤੇ ਮੇਰੀ ਤਾਂ ਇਹੀ ਬੇਨਤੀ ਹੈ। ਬਾਕੀ ਤੁਸੀਂ ਕਾਂਸ਼ੀ TV ਨਾਲ ਜੁੜੇ ਰਹੋ ਸਾਰੇ। ਅਤੇ ਇੱਥੇ ਦੇਖ ਲਓ ਕਿੰਨੀਆਂ ਵਰਾਇਟੀਆਂ ਦੇ ਪ੍ਰੋਗਰਾਮ ਆ। ਅਤੇ ਅਖੀਰ ਦੇ ਵਿੱਚ ਮੈਂ ਇਹ ਵੀ ਬੇਨਤੀ ਕਰਦਾ ਕਿ ਮੇਰਾ ਕਿਸੇ ਦੇ ਨਾਲ ਨਾ ਮੈਂ ਕਿਸੇ 'ਤੇ ਅਟੈਕ ਕਰ ਰਿਹਾ। ਮੈਂ ਤਾਂ ਜਿਹੜੇ ਸਾਡੇ ਜ਼ੁਲਮ ਹੋ ਰਿਹਾ ਸਾਡੀ ਕੌਮ ਦੇ ਨਾਲ ਹੁੰਦੇ ਆ 5000 ਸਾਲ, ਉਹਨਾਂ ਦੇ ਖਿਲਾਫ ਇਹਨਾਂ ਦਾ। ਬਾਕੀ ਮੇਰਾ ਜਾਂ ਕਾਂਸ਼ੀ TV ਦਾ ਮੈਨੇਜਮੈਂਟ ਦਾ ਇਹ ਸਾਰੇ ਮੇਰੇ ਵਿਚਾਰ ਆ ਜਿਹੜੇ ਮੈਂ ਤੁਹਾਨੂੰ ਦੱਸੇ ਆ। ਅਤੇ ਬਾਕੀ ਦਰਸ਼ਕੋ, ਤੁਸੀਂ ਬੜੇ ਸਿਆਣੇ ਆ। ਕਾਂਸ਼ੀ TV ਨਾਲ ਜੁੜੇ ਰਹੋ। ਅਤੇ ਪ੍ਰਮਾਤਮਾ ਅਗਲੀ ਵੀਕ ਫੇਰ ਮਿਲਾਂਗੇ ਸੈਟਰਡੇ, ਜਿਉਂਦੇ ਰਹੇ ਤਾਂ 2 ਤੋਂ 3 ਜਾਗਰਤੀ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਾ। ਉਮੀਦ ਹੈ ਕਿ ਤੁਸੀਂ ਮੇਰੀ ਗੱਲ ਨੂੰ ਸ਼ਾਇਦ ਸੁਣਿਆ ਹੋਵੇ, ਥੋੜ੍ਹਾ ਬਹੁਤ ਇੱਥੇ ਵਿਚਾਰਨਾ। ਅਤੇ ਅਗਲੀ ਵੀਕ ਫੇਰ ਮਿਲਦੇ ਹਾਂ ਜੀ। ਜੈ ਗੁਰਦੇਵ ਜੀ।